हाँ जी दोस्तों, सत श्री अकाल जी। स्वागत है तुहाडा स्टडी फाइटर्स दे विच। सो दोस्तों, अज दी इस क्लास दे विच आपां पढ़न वाले हां नादर शाह दी वार, जो कि नजाबत दे द्वारा लिखी गई सी। नादर शाह कौन सी, इस दे उत्ते वार क्यों लिखी गई। वार आपां समझदे हां कि कोई भी सूरबीर बंदे दे उत्ते, कोई बहादुर बंदे दे उत्ते लिखी जाती है जो कि युद्ध के मैदान दे विच लड़दा है, भिड़दा है। ताकि नादर शाह भी युद्ध दे विच लड़िया सी, तां फिर जेकर यह लड़िया सी तां दूजी धिर कौन सी, किस दे नाल लड़िया, तां फिर की यह जित्तिया सी जां हारिया सी, ते फिर इसनूं नायक दिखाया गया जां खलनायक दिखाया गया। ये सारियां गल्लां आपां इस क्लास दे विच समझण वाले हां। कंप्लीट क्लास जरूर देखो। इस क्लास दे विच आपां इतिहास भी देखांगे कि इतिहास दे विच नादर शाह नूं की कहा गया है, ते वार भी देखांगे कि वार दे विच की गल कीती गई है नादर शाह दे बारे। ये सारियां गल्लां आपां एक एक करके सारा कुछ समझांगे। कंप्लीट क्लास तुसीं जरूर देखो। सब तो पहलां आपां समझदे हां वार हुंदी की है ते वार लिखण दी जरूरत क्यों पई, क्यों लिखी गई। हुण देखो, आपां देखदे हां कि भारत दे विच कोई भी बाहरों धड़ भी आउंदा सी, कोई भी हमला बोलदा सी, बाहरले देश दा कोई बंदा, ਤਾਂ ਉਹ ਜਦੋਂ ਭਾਰਤ ਦੇ ਵਿੱਚ ਐਂਟਰ ਕਰਦਾ ਸੀ ਤਾਂ ਉਸ ਨੂੰ ਪੰਜਾਬ ਦੇ ਵਿੱਚੋਂ ਲੰਘਣਾ ਪੈਂਦਾ ਸੀ। ਪੰਜਾਬ ਯਾਨੀ ਕਿ ਅੱਜ ਦੀ ਆਪਾਂ ਜੇਕਰ ਗੱਲ ਕਰੀਏ, ਅੱਜ ਦੇ ਟਾਈਮ ਦੇ ਉੱਤੇ ਸਾਰਾ ਜਿਹੜਾ ਪਾਕਿਸਤਾਨ ਦਾ ਏਰੀਆ ਹੋ ਗਿਆ, ਹਿਮਾਚਲ ਦਾ ਹੋ ਗਿਆ, ਹਰਿਆਣਾ ਦਾ ਹੋ ਗਿਆ, ਪੰਜਾਬ ਦਾ, ਇਹ ਸਾਰੇ ਮਿਲਾ ਕੇ ਉਸ ਟਾਈਮ ਪੰਜਾਬ ਸੀਗਾ ਇੱਕ। ਤੇ ਉਸ ਟਾਈਮ ਇਸ ਦੇ ਵਿੱਚੋਂ ਲੰਘਣਾ ਪੈਂਦਾ ਸੀ ਜਿਹੜਾ ਵੀ ਧਾੜ ਵੀ ਬਾਹਰੋਂ ਆਉਂਦਾ ਸੀ। ਤਾਂ ਹੁਣ ਇਸ ਤਰ੍ਹਾਂ ਜਦੋਂ ਵੀ ਬਾਰ-ਬਾਰ ਹਮਲੇ ਹੁੰਦੇ ਰਹੇ ਤਾਂ ਲੋਕਾਂ ਦਾ ਬਾਰ-ਬਾਰ ਸਬਰ ਪਰਖਿਆ ਗਿਆ। ਤਾਂ ਲੋਕਾਂ ਨੂੰ ਕੀ ਕਰਨਾ ਪਿਆ, ਲੋਕਾਂ ਨੂੰ ਆਪਣਾ ਸਬਰ ਤੋੜਨਾ ਪਿਆ। ਯਾਨੀ ਕਿ ਕਲਮ ਤੇ ਤਲਵਾਰ ਦੋਨੋਂ ਇਕੱਠੀਆਂ ਚੱਕੀਆਂ ਗਈਆਂ। ਜੇਕਰ ਇਹਨਾਂ ਦੇ ਵਿੱਚੋਂ ਵੀ ਪਹਿਲਾਂ ਦੇਖਿਆ ਜਾਵੇ ਤਾਂ ਪਹਿਲਾਂ ਕਲਮ ਚੱਕੀ ਗਈ। ਲੋਕਾਂ ਨੇ ਇੱਕ ਤਰ੍ਹਾਂ ਵਾਰਾਂ ਲਿਖਣੀਆਂ ਸ਼ੁਰੂ ਕੀਤੀਆਂ ਬਹਾਦਰੀ ਦੇ ਉੱਤੇ, ਤਾਂ ਕਿ ਲੋਕਾਂ ਦਾ ਖੂਨ ਖੌਲ ਸਕੇ। ਤਾਂ ਇਸ ਤਰ੍ਹਾਂ ਦੀਆਂ ਰਚਨਾਵਾਂ ਕੀਤੀਆਂ ਜਿਹਦੇ ਵਿੱਚ ਲੜਾਈ ਦਾ ਜ਼ਿਕਰ ਸੀ, ਜਿਨ੍ਹਾਂ ਦੇ ਵਿੱਚ ਬਹਾਦਰੀ ਦਾ ਜ਼ਿਕਰ ਸੀ। ਤਾਂ ਇਸ ਤਰ੍ਹਾਂ ਜਦੋਂ ਇਹ ਵਾਰਾਂ ਲਿਖੀਆਂ ਗਈਆਂ ਤਾਂ ਯੋਧਿਆਂ ਨੇ ਮਤਲਬ ਕਿ ਤਲਵਾਰਾਂ ਚੁੱਕ ਲਈਆਂ ਲੋਕਾਂ ਨੇ, ਤਾਂ ਭਿੜਨ ਲੱਗ ਗਏ। ਯਾਨੀ ਕਿ ਇਹ ਚੀਜ਼ਾਂ ਫਿਰ ਉਸ ਤਰ੍ਹਾਂ ਵਾਰਾਂ ਇਹਨਾਂ ਗੱਲਾਂ ਕਰਕੇ ਲਿਖੀਆਂ ਗਈਆਂ ਤਾਂ ਕਿ ਯੋਧਿਆਂ ਨੂੰ ਤਿਆਰ ਕੀਤਾ ਜਾ ਸਕੇ। मतलब कि ਜਿਹੜਾ ਬਾਹਰੋਂ ਹਮਲਾ ਕਰਨ ਆਉਂਦਾ ਉਹਨਾਂ ਦਾ ਮੁਕਾਬਲਾ ਕੀਤਾ ਜਾ ਸਕੇ। ਤਾਂ ਇਹ 12 ਦੀ ਰਚਨਾ ਕੀਤੀ ਗਈ। ਮਤਲਬ ਇਦਾਂ ਆਪਾਂ ਜੇਕਰ ਸਿੱਧੇ ਸ਼ਬਦਾਂ ਦੇ ਵਿੱਚ ਸਮਝੀਏ, ਵਾਰ ਉਹ ਹੁੰਦੀ ਹੈ ਜਿਹਦੇ ਵਿੱਚ ਯੋਧਿਆਂ ਦਾ ਜਸ ਗਾਇਆ ਜਾਵੇ ਤੇ ਸਾਹਮਣੇ ਵਾਲਾ ਜਿਹੜਾ ਬੰਦਾ ਸੁਣਨ ਵਾਲਾ ਉਸ ਦਾ ਖੂਨ ਖੌਲ ਉੱਠੇ, ਤਾਂ ਉਹ ਵੀਰ ਰਸ ਵਾਲੀ ਵਾਰ ਆਪਾਂ ਉਸ ਨੂੰ ਮੰਨ ਦਿਆਂਗੇ। ਜਿੱਦਾਂ ਫਿਰ ਅੱਗੇ 12 ਲਿਖੀਆਂ ਗਈਆਂ, ਲੋਕ 12 ਸੀ, ਉਸ ਤੋਂ ਪਹਿਲਾਂ ਫਿਰ ਅਧਿਆਤਮਿਕ ਵਾਰਾਂ ਆਉਂਦੀਆਂ ਨੇ ਤੇ ਚੰਡੀ ਦੀ ਵਾਰ ਆਉਂਦੀ ਹੈ। ਇਸ ਤਰ੍ਹਾਂ ਵਾਰਾਂ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਨੇ। ਤੇ ਨਾਦਰ ਸ਼ਾਹ ਦੀ ਵਾਰ ਹੈਗੀ ਜਿਹੜੀ, ਉਹ ਵੀ ਉਹਨਾਂ ਦੇ ਵਿੱਚੋਂ ਇੱਕ ਹੈ। ਤੇ ਇਸ ਵਾਰ ਦੇ ਬਾਰੇ ਆਪਾਂ ਗੱਲਬਾਤ ਕਰਨ ਲੱਗੇ ਹਾਂ। ਠੀਕ ਹੈ ਜੀ। ਹੁਣ ਦੇਖੋ ਜੀ, ਆਪਾਂ ਇਤਿਹਾਸ ਵੀ ਸਮਝਾਂਗੇ ਇਸ ਵਾਰ ਦਾ ਕੀ ਰਿਹਾ ਤੇ ਨਾਦਰ ਸ਼ਾਹ ਦਾ ਇਤਿਹਾਸ ਕੀ ਰਿਹਾ ਉਹ ਵੀ ਸਮਝਾਂਗੇ। ਸਭ ਤੋਂ ਪਹਿਲਾਂ ਆਪਾਂ ਰਾਈਟਰ ਦੇ ਬਾਰੇ ਥੋੜਾ ਕੁ ਜਾਣ ਲੈਂਦੇ ਹਾਂ। ਰਾਈਟਰ ਸੀਗਾ ਜਿਹੜਾ ਨਜਾਬਤ, 19ਵੀਂ ਸਦੀ ਦਾ ਇੱਕ ਰਾਈਟਰ ਹੋਏਗਾ। ਵਾਰ ਸੀਗੀ ਜਿਹੜੀ ਇਹ 18ਵੀਂ ਸਦੀ ਦੀ ਸੀਗੀ, ਪਰ ਇਹ ਰਾਈਟਰ ਨੇ 19ਵੀਂ ਸਦੀ ਦੇ ਵਿੱਚ ਆ ਕੇ ਲਿਖੀ ਹੈ। ਜਿੱਦਾਂ ਆਪਾਂ ਥੋੜਾ ਕੁ ਰਿਲੇਟ ਕਰ ਲਈਏ, ਜਿੱਦਾਂ ਹੁਣ ਸਿੱਧੂ ਮੂਸੇਵਾਲੇ ਨੇ ਵਾਰ ਲਿਖੀ ਆਪਣਾ ਹਰੀ ਸਿੰਘ ਨਲੂਏ ਦੀ। ਹਰੀ ਸਿੰਘ ਨਲੂਆ ਮਤਲਬ ਕਿ ਜੇਕਰ ਦੇਖਿਆ ਜਾਵੇ 1830-35 ਦੇ ਆਸ-ਪਾਸ ਸੀਗੇ ਇਹ। ਠੀਕ ਹੈ। ਤੇ ਵਾਰ ਆਪਾਂ ਅੱਜ ਦੇਖਦੇ ਹਾਂ, ਅੱਜ ਲਿਖੀ ਜਾਂਦੀ ਹੈ। ਮਤਲਬ ਕਿ ਘਟਨਾ ਪਹਿਲਾਂ ਦੀ ਸੀਗੀ ਤੇ ਲਿਖੀ ਬਾਅਦ ਦੇ ਵਿੱਚ ਜਾਂਦੀ ਹੈ। ਇਸੇ ਤਰ੍ਹਾਂ ਇਹ ਸੀਗਾ। ਤੇ ਨਾਦਰ ਸ਼ਾਹ ਸੀਗਾ ਜਿਹੜਾ 1800 ਤੋਂ ਪਹਿਲਾਂ ਹੋਇਆ, ਜਾਨੀ ਕਿ ਠੀਕ ਹੈ। ਤੇ ਵਾਰ ਸੀਗੀ ਜਿਹੜੀ 19ਵੀਂ ਸਦੀ ਦੇ ਵਿੱਚ ਲਿਖੀ ਜਾਂਦੀ ਹੈ, 1820 ਦੇ ਵਿੱਚ ਲਿਖੀ ਜਾਂਦੀ ਹੈ। ਹੁਣ ਦੇਖੋ, ਇਹ ਰਾਜਪੂਤ ਸੀਗਾ, ਇੱਕ ਹਰਲਾਂ ਦਾ ਰਾਜਪੂਤ ਸੀ। ਮੁਸਲਮਾਨ ਕਵੀ ਦੇ ਤੌਰ ਦੇ ਉੱਤੇ ਇਸ ਨੂੰ ਨਜਾਬਤ ਨੂੰ ਜਾਣਿਆ ਜਾਂਦਾ ਹੈ। ਤੇ ਇਹ ਵਸਨੀਕ ਸੀਗਾ ਮਟੀਲਾ ਹਰਲਾਂ ਦਾ, ਇਹਦਾ ਪਿੰਡ ਸੀਗਾ। ਤੇ ਜ਼ਿਲ੍ਹਾ ਇਸ ਨੂੰ ਪੈਂਦਾ ਸੀ ਸ਼ਾਹਪੁਰ, ਪਾਕਿਸਤਾਨ ਦੇ ਵਿੱਚ। ਅੱਜ ਜੇਕਰ ਦੇਖੀਏ ਪਾਕਿਸਤਾਨ ਦੇ ਵਿੱਚ ਇਸ ਦਾ ਪਿੰਡ ਪੈਂਦਾ ਹੈਗਾ। ਤੇ ਇਹਨਾਂ ਦਾ ਮੁਰਸ਼ਦ ਕੌਣ ਸੀ, ਬਾਕੀ ਦੇਖੋ ਆਪਾਂ ਨੂੰ ਇਸ ਦਾ ਮੁਰਸ਼ਦ ਵੀ ਯਾਦ ਕਰਨਾ ਪਏਗਾ। ਇਸ ਦਾ ਮੁਰਸ਼ਦ ਸੀਗਾ ਸ਼ਾਹ ਚਿਰਾਗ, ਰਾਵਲਪਿੰਡੀ ਦਾ ਇਹ ਰਹਿਣ ਵਾਲਾ ਸੀਗਾ ਇਹਨਾਂ ਦਾ ਮੁਰਸ਼ਦ। ਤੇ ਇਹਨਾਂ ਦਾ ਮੁਰਸ਼ਦ ਯਾਦ ਕਰਨ ਦੀ ਆਪਾਂ ਨੂੰ ਕਿਉਂ ਜ਼ਰੂਰਤ ਪਈ, ਕਿੱਥੋਂ ਦੀ ਗੱਲ ਕਿੱਥੇ ਜਾਂਦੀ ਹੈ। ਹੁਣ ਆਪਾਂ ਨੂੰ ਯਾਦ ਕਰਨ ਦੀ ਜ਼ਰੂਰਤ ਇਸ ਕਰਕੇ ਪਈ ਕਿ ਜਿਹੜੀ ਆਹ ਵਾਰ ਨਾਦਰ ਸ਼ਾਹ ਦੀ ਵਾਰ ਦੀ ਆਪਾਂ ਗੱਲ ਕਰਦੇ ਹਾਂ, ਇਸ ਵਾਰ ਦੇ ਬਾਰੇ ਪਹਿਲਾਂ ਇੱਕ ਭੁਲੇਖਾ ਰਿਹਾ ਕਿ ਇਹ ਵਾਰ ਸੀਗੀ ਜਿਹੜੀ ਸ਼ਾਹ ਚਿਰਾਗ ਦੇ ਦੁਆਰਾ ਲਿਖੀ ਗਈ ਹੋਵੇ, ਤਾਂ ਕਰਕੇ ਆਪਾਂ ਨੂੰ ਇਸ ਦਾ ਨਾਮ ਯਾਦ ਕਰਨਾ ਪਵੇਗਾ। ਹੁਣ ਦੇਖੋ ਜੀ, ਜਿਹੜੀ ਨਾਦਰ ਸ਼ਾਹ ਦੀ ਵਾਰ ਹੈ ਇਸ ਦੇ ਬਾਰੇ ਇੱਕ ਭੁਲੇਖਾ ਜਿਹਾ ਪੈਂਦਾ ਹੈ ਕਿ ਇਹ ਮੂਲ ਰੂਪ ਦੇ ਵਿੱਚ ਸ਼ਾਹ ਚਿਰਾਗ ਦੀ ਰਚਨਾ ਹੋਵੇਗੀ, ਕਿਉਂਕਿ ਹੋ ਸਕਦਾ ਹੈ ਕਿ ਉਸ ਦੇ ਚੇਲਾ ਸੀਗਾ ਜਿਹੜਾ, ਮੰਨ ਲਓ ਉਸ ਦਾ ਚੇਲਾ ਨਜਾਬਤ। ਮਤਲਬ ਕਿ ਇਦਾਂ ਸਮਝਿਆ ਜਾਂਦਾ ਸੀ ਕਿ ਨਜਾਬਤ ਨੇ ਉਸ ਦੀ ਹੈਲਪ ਕੀਤੀ ਹੋਵੇਗੀ ਲਿਖਣ ਦੇ ਵਾਸਤੇ, ਪਰ ਲਿਖੀ ਸ਼ਾਹ ਚਿਰਾਗ ਨੇ। ਇਦਾਂ ਭੁਲੇਖਾ ਸੀ, ਪਰ ਇਹ ਭੁਲੇਖਾ ਦੂਰ ਹੋ ਗਿਆ ਆਪਾਂ ਨੂੰ ਜਦੋਂ ਇਹ ਸਤਰਾਂ ਦੇਖਣ ਨੂੰ ਮਿਲਦੀਆਂ ਨੇ। ਇਹਨਾਂ ਦੇ ਵਿੱਚ ਨਜਾਬਤ ਦਾ ਨਾਮ ਆਉਂਦਾ ਹੈ। ਨਜਾਬਤ ਗੱਲਾਂ ਅਗਲੀਆਂ, ਵੱਡੀ ਗੋਟ ਮਾਰੀ ਸ਼ਤਰੰਜ ਦੀ, ਜਬ ਤੇ ਕਾਰ ਅਮੀਰ ਨਜਾਬਤ, ਮਾਤ ਕਤਨ ਪਾਤਸ਼ਾਹਾਂ। ਤਾਂ ਇੱਥੇ 2 ਵਾਰ ਨਜਾਬਤ ਦਾ ਨਾਮ ਇਸ ਦੇ ਵਿੱਚ ਆਉਂਦਾ, ਤਾਂ ਕਰਕੇ ਇੱਥੋਂ ਪ੍ਰੂਵ ਹੋ ਜਾਂਦਾ ਹੈ, ਇੱਕ ਅੰਦਰੂਨੀ ਗਵਾਹੀ ਆਪਾਂ ਨੂੰ ਮਿਲ ਜਾਂਦੀ ਹੈ ਕਿ ਇਹ ਨਜਾਬਤ ਦੇ ਦੁਆਰਾ ਹੀ ਲਿਖੀ ਗਈ ਹੈ। ਤਾਂ ਆਪਾਂ ਨੂੰ
ਰਾਈਟਰ ਦੇ ਬਾਰੇ ਥੋੜਾ ਪਤਾ ਲੱਗ ਗਿਆ ਤੇ ਇਸ ਵਾਰ ਨੂੰ ਕੁਝ ਹੋਰ ਨਾਮਾਂ ਦੇ ਨਾਲ ਵੀ ਜਾਣਿਆ ਜਾਂਦਾ ਹੈ। ਆਪਾਂ ਇਹ ਵੀ ਸਮਝ ਲੈਂਦੇ ਹਾਂ। ਦੇਖੋ ਜੀ, ਨਾਦਰ ਸ਼ਾਹ ਦੀ ਵਾਰ ਇਹ ਤਾਂ ਇਸ ਦਾ ਨਾਮ ਹੈਗਾ ਹੀ ਹੈ ਜਿਹੜਾ ਆਪਾਂ ਲੈ ਕੇ ਚੱਲੇ ਹਾਂ। ਹੁਣ ਉਸ ਤੋਂ ਬਿਨਾ ਹੋਰ ਨਾਮ ਵਾਰ ਨਾਦਰ ਸ਼ਾਹ, ਇਹ ਵੀ ਸਿਮਿਲਰ ਹੀ ਹੋ ਗਿਆ। ਨਜਾਬਤ ਦੀ ਵਾਰ ਵੀ ਇਸ ਨੂੰ ਕਿਹਾ ਜਾਂਦਾ ਹੈ। ਤਾਂ ਇਹ ਚੀਜ਼ ਵੀ ਯਾਦ ਰੱਖਿਓ, ਕਿਉਂਕਿ ਇਦਾਂ ਹੁੰਦਾ ਹੈ ਕਿ ਕਈ ਵਾਰ ਕੋਈ ਰਾਈਟਰ ਮਸ਼ਹੂਰ ਹੋ ਜਾਂਦਾ ਉਸ ਵਾਰ ਕਰਕੇ, ਤਾਂ ਫਿਰ ਉਹ ਰਾਈਟਰ ਦੀ ਵਾਰ ਬਣ ਜਾਂਦੀ ਹੈ। ਤਾਂ ਇਹ ਚੀਜ਼ ਜ਼ਰੂਰ ਤੁਸੀਂ ਆਪਣਾ ਧਿਆਨ ਦੇ ਵਿੱਚ ਰੱਖਣੀ ਹੋਏਗੀ, ਠੀਕ ਹੈ। ਜਿੱਦਾਂ ਕਿ ਆਪਾਂ ਲੂਣਾ ਪੜ੍ਹਦੇ ਹਾਂ, ਕਿਸੇ ਰਾਈਟਰ ਨੇ ਲਿਖਿਆ ਕਿ ਲੂਣਾ ਨਾ ਸਲਵਾਨ ਦੀ ਹੋਈ ਤੇ ਨਾ ਪੂਰਨ ਦੀ ਹੋਈ, ਲੂਣਾ ਹੋਈ ਸ਼ਿਵ ਦੀ। ਮਤਲਬ ਕਿ ਰਿਲੇਸ਼ਨ ਉਹਨਾਂ ਦਾ ਸਲਵਾਨ ਨਾਲ ਸੀਗਾ, ਠੀਕ ਹੈ। ਪਰ ਲੂਣਾ ਜਦੋਂ ਸ਼ਿਵ ਨੇ ਲਿਖਤੀ ਤਾਂ ਸ਼ਿਵ ਦੇ ਨਾਲ ਲੂਣਾ ਦਾ ਨਾਮ ਜੁੜ ਗਿਆ। ਜਿੱਦਾਂ ਆਪਾਂ ਪੂਰਨ ਭਗਤ ਦਾ ਕਿੱਸਾ ਸੁਣਦੇ ਹਾਂ, ਉਹਦੇ ਵਿੱਚ ਸਲਵਾਨ ਦੇ ਨਾਲ ਲੂਣਾ ਦਾ ਵਿਆਹ ਹੁੰਦਾ ਹੈ, ਤਾਂ ਉਹ ਲੂਣਾ ਮਤਲਬ ਕਿ ਸਲਵਾਨ ਦੀ ਨਾ ਹੋ ਕੇ ਅੱਗੇ ਸ਼ਿਵ ਦੀ ਹੋ ਜਾਂਦੀ ਹੈ। ਯਾਨੀ ਕਿ ਜਿਹੜੇ ਬੰਦੇ ਨੇ ਲਿਖੀ ਤਾਂ ਉਸਦੇ ਨਾਮ ਨਾਲ ਉਸਦਾ ਨਾਮ ਜੁੜ ਗਿਆ। ਤਾਂ ਨਜਾਬਤ ਦੀ ਵਾਰ ਮਤਲਬ ਕਿ ਨਾਦਰ ਸ਼ਾਹ ਦੀ ਵਾਰ ਨਾ ਹੋ ਕੇ ਨਜਾਬਤ ਦੀ ਵਾਰ ਬਣ ਗਈ, ਉਸ ਬੰਦੇ ਦੇ ਨਾਮ ਦੇ ਨਾਲ ਨਾਮ ਜੁੜ ਗਿਆ ਜਿਹੜੇ ਬੰਦੇ ਨੇ ਉਸ ਨੂੰ ਲਿਖਿਆ ਸੀ। ਤਾਂ ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਿਓ। ਤੇ ਜਾਂ ਫਿਰ ਇਸ ਨੂੰ ਨਜਾਬਤ ਦੀ ਪੌੜੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਹ ਸਾਰੇ ਨਾਮ ਤੁਹਾਨੂੰ ਪੁੱਛੇ ਜਾ ਸਕਦੇ ਨੇ। ਹੋ ਸਕਦਾ ਹੈ ਦੂਜਾ ਨਾਮ ਕੀ ਹੈ, ਇਦਾਂ ਤੁਹਾਨੂੰ ਕਹਿ ਕੇ ਕੁਛ ਨਾ ਕੁਛ ਪੁੱਛ ਲਿਆ ਜਾਵੇ। ਹੁਣ ਦੇਖੋ, ਆਪਾਂ ਵਾਰ ਦੇਖ ਲਈਏ ਕਿ ਕਦੋਂ ਦੀ ਵਾਰ ਹੈਗੀ ਇਹ। 18ਵੀਂ ਸਦੀ ਦੀ ਵਾਰ ਹੈਗੀ ਇਹ, ਠੀਕ ਹੈ। ਮਤਲਬ ਕਿ ਇਦਾਂ ਕਹਿ ਸਕਦੇ ਹਾਂ ਕਿ ਉੱਤਰ ਨਾਨਕ ਕਾਲ ਦੇ ਵਿੱਚ ਲਿਖੀ ਗਈ ਹੈ। ਉੱਤਰ ਗੁਰੂ ਨਾਨਕ ਕਾਲ ਦੇ ਵਿੱਚ, ਉੱਤਰ ਨਾਨਕ ਕਾਲ ਜਾਣੀ ਕਿ ਇਦਾਂ ਕਹਿ ਸਕਦੇ ਹਾਂ ਕਿ 1700 ਤੋਂ ਬਾਅਦ ਲਿਖੀ ਗਈ ਹੈ। 1500 ਤੋਂ 1700 ਜਿਹੜਾ ਆਪਾਂ ਪੜ੍ਹਦੇ ਹਾਂ ਉਹ ਨਾਨਕ ਕਾਲ ਹੈ। ਉਸ ਤੋਂ ਬਾਅਦ 1700 ਤੋਂ 1900 ਤੱਕ ਹੈਗਾ ਜਿਹੜਾ ਉੱਤਰ ਨਾਨਕ ਕਾਲ ਮੰਨਿਆ ਜਾਂਦਾ। ਤਾਂ ਉਹਨਾਂ ਦੇ ਵਿਚਕਾਰ ਇਹ ਲਿਖੀ ਗਈ ਆ। ਤੇ ਹੁਣ ਦੇਖੋ, ਆਪਾਂ ਪੜ੍ਹਦੇ ਹਾਂ ਚੰਡੀ ਦੀ ਵਾਰ ਹੈਗੀ ਜਿਹੜੀ ਉਹ ਸਭ ਤੋਂ ਵੱਡੀ ਵਾਰ ਅੱਜ ਤੱਕ ਦੀ ਵੀਰ ਰੱਸੀ ਵਾਲੀ ਪੰਜਾਬੀ ਦੀ ਵਾਰ ਮੰਨੀ ਜਾਂਦੀ ਹੈ। ਉਸ ਤੋਂ ਬਾਅਦ ਜੇਕਰ ਕਿਸੇ ਵਾਰ ਦਾ ਨਾਮ ਆਉਂਦਾ ਤਾਂ ਇਹੀ ਵਾਰ ਹੈਗੀ ਜਿਹੜੀ ਨਾਦਰ ਸ਼ਾਹ ਦੀ ਵਾਰ ਆਪਾਂ ਪੜ੍ਹਦੇ ਪਏ ਹਾਂ। ਹੁਣ ਦੇਖੋ, ਨਾਦਰ ਸ਼ਾਹ ਦੀ ਵਾਰ ਦੇ ਵਿੱਚ ਉਹ ਸਭ ਕੁਝ ਹੈਗਾ ਜਿਹੜਾ ਕਿ ਚੰਡੀ ਦੀ ਵਾਰ ਦੇ ਵਿੱਚ ਹੈ। ਪਰ ਇੱਥੇ ਕੀ ਹੁੰਦਾ ਹੈ ਕਿ ਇਹ ਵਾਰ ਆਪਾਂ ਨੂੰ ਕੰਪਲੀਟ ਨਹੀਂ ਮਿਲੀ। ਇਹਦੇ ਵਿੱਚ ਕੁਝ ਪੌੜੀਆਂ ਗੁੰਮ ਸੀ। ਜਿਹੜੀ ਕੋਈ ਵੀ ਆਪਾਂ ਵਾਰ ਪੜ੍ਹਦੇ ਹਾਂ ਉਹਦੇ ਵਿੱਚ ਪਹਿਲਾਂ ਮੰਗਲਾਚਰਨ ਹੁੰਦਾ ਹੈ। ਕੋਈ ਵੀ ਰਾਈਟਰ ਵਾਰ ਨੂੰ ਲਿਖਦਾ ਤਾਂ ਉਹਦੇ ਵਿੱਚ ਰੱਬ ਦਾ ਨਾਮ ਲਿਖਿਆ ਹੁੰਦਾ ਸਟਾਰਟ ਦੇ ਵਿੱਚ। ਜਿਹੜਾ ਬੰਦਾ ਵਾਰ ਲਿਖਦਾ ਉਹ ਆਪਣੇ ਪੂਰਵਜਾਂ ਨੂੰ ਧਿਆਉਂਦਾ, ਆਪਣੇ ਗੁਰੂਆਂ ਨੂੰ ਧਿਆਉਂਦਾ, ਤਾਂ ਉਹ ਚੀਜ਼ ਹੁੰਦੀ ਹੈ ਸਟਾਰਟਿੰਗ ਦੇ ਵਿੱਚ। ਉਸ ਤੋਂ ਬਾਅਦ ਸ਼ੰਕਾ ਪੱਖ ਹੁੰਦਾ ਹੈ ਕਿ ਉਹਦੇ ਵਿੱਚ ਕਾਰਨ ਦੱਸਿਆ ਹੁੰਦਾ ਲੜਾਈ ਕਿਉਂ ਹੋਈ ਹੈ। ਤੇ ਉਸ ਤੋਂ ਬਾਅਦ ਫਿਰ ਹੁੰਦਾ ਹੈਗਾ ਜਿਹੜਾ ਸੰਘਰਸ਼ ਪੱਖ, ਜਿਹਦੇ ਵਿੱਚ ਲੜਾਈ ਹੁੰਦੀ ਹੈ, ਤਾਂ ਮਤਲਬ ਕਿ ਯੁੱਧ ਦਾ ਮੈਦਾਨ। ਤਾਂ ਉਸ ਤੋਂ ਬਾਅਦ ਫਿਰ ਇੱਕ ਮਹਾਤਮ ਆਉਂਦਾ ਹੈ ਕਿ ਉਸ ਵਾਰ ਦਾ ਕਨਕਲੂਜਨ ਕੀ ਨਿਕਲਿਆ। ਇਹ ਸਾਰੇ ਪਾਰਟ ਹੁੰਦੇ ਨੇ ਵਾਰ ਦੇ। ਆਪਾਂ ਨੂੰ ਚੰਡੀ ਦੀ ਵਾਰ ਦੇ ਵਿੱਚ ਇਹ ਸਾਰਾ ਕੁਝ ਦੇਖਣ ਨੂੰ ਮਿਲ ਜਾਂਦਾ ਹੈ। ਪਰ ਜਿਹੜੀ ਨਜਾਬਤ ਦੀ ਵਾਰ ਹੈ ਉਹਦੇ ਵਿੱਚ ਆਪਾਂ ਨੂੰ ਐਂਡਲਾ ਪਾਰਟ ਨਹੀਂ ਦੇਖਣ ਨੂੰ ਮਿਲਦਾ, ਉਹ ਥੋੜੀ ਕੁ ਅਧੂਰੀ ਰਹਿ ਗਈ। ਨਹੀਂ ਤਾਂ ਇਹ ਵੀ ਇੱਕ ਵੱਡੀ ਵਾਰ ਦੇ ਵਜੋਂ ਗਿਣੀ ਜਾਣੀ ਸੀ, ਪਰ ਇਹਨੂੰ ਸੈਕਿੰਡ ਰੈਂਕ ਮਿਲੇਗਾ ਜਿਹੜੀ ਨਾਦਰ ਸ਼ਾਹ ਦੀ ਵਾਰ ਹੈ। ਤਾਂ ਜੇਕਰ ਪਹਿਲਾ ਰੈਂਕ ਪੁੱਛਿਆ ਜਾਵੇ ਉਹ ਚੰਡੀ ਦੀ ਵਾਰ ਨੂੰ ਮਿਲਿਆ, ਸੈਕਿੰਡ ਹੈਗਾ ਜਿਹੜਾ ਨਾਦਰ ਸ਼ਾਹ ਦੀ ਵਾਰ ਨੂੰ ਮਿਲਿਆ। ਤਾਂ ਇੱਕ ਇਤਿਹਾਸਿਕ ਵਾਰ ਦੇ ਤੌਰ ਦੇ ਉੱਤੇ ਵੀ ਆਪਾਂ ਇਸ ਨੂੰ ਜਾਣਦੇ ਹਾਂ। ਜਿਹੜੀ ਚੰਡੀ ਦੀ ਵਾਰ ਹੈ, ਚੰਡੀ ਦੀ ਵਾਰ ਦੇ ਵਿੱਚ ਦੇਵੀ ਦੇਵਤਿਆਂ ਦੀ ਗੱਲ ਕੀਤੀ ਹੈ, ਰਾਖਸ਼ਾਂ ਦੀ ਗੱਲ ਕੀਤੀ ਹੈ, ਤਾਂ ਉਹ ਇੱਕ ਮਿਥਿਹਾਸਕ ਵਾਰ ਆਪਾਂ ਉਸ ਨੂੰ ਮੰਨਦੇ ਹਾਂ। ਪਰ ਜਿਹੜੀ ਇਹ ਨਾਦਰ ਸ਼ਾਹ ਦੀ ਵਾਰ ਹੈ, ਇਹਦੇ ਵਿੱਚ ਨਾਦਰ ਸ਼ਾਹ ਹੋਰ ਜਿਹੜੇ ਭਾਰਤ ਦੇ ਵਿੱਚ ਹਮਲਾ ਕਰਦੇ ਆ, ਈਰਾਨ ਦਾ ਆਪਾਂ ਕਹਿੰਦੇ ਹਾਂ ਕਿ ਬਾਦਸ਼ਾਹ ਸੀਗਾ, ਤਾਂ ਇਹ ਚੀਜ਼ਾਂ ਇਹਨਾਂ ਦਾ ਇਤਿਹਾਸ ਆਪਾਂ ਨੂੰ ਦੇਖਣ ਨੂੰ ਮਿਲਦਾ ਤੇ ਇਸ ਨੂੰ ਇਤਿਹਾਸਕ ਵਾਰ ਫਿਰ ਆਪਾਂ ਮੰਨ ਲੈਂਦੇ ਹਾਂ। ਪਰ ਇਹਦੇ ਵਿੱਚ ਵੀ ਕੁਝ ਪਾਤਰ ਨੇਗੇ ਜਿਹੜੇ ਮਿਥਿਹਾਸਕ ਲਏ ਗਏ ਨੇ, ਜਿਹੜੇ ਕਿ ਆਪਾਂ ਅੱਗੇ ਜਾ ਕੇ ਉਹਨਾਂ ਦਾ ਜ਼ਿਕਰ ਕਰਾਂਗੇ। ਠੀਕ ਹੈ ਜੀ, ਆਹ ਸਾਰਾ ਕੁਝ ਵਾਰ ਦੇ ਬਾਰੇ ਤੁਸੀਂ ਸਮਝਿਆ ਹੋਵੇਗਾ। ਤਾਂ ਉਸ ਤੋਂ ਬਾਅਦ ਫਿਰ ਆਪਾਂ ਇਹ ਗੱਲਾਂ ਬਾਅਦ ਦੇ ਵਿੱਚ ਪੜ੍ਹਦੇ ਹਾਂ। ਇੱਕ ਵਾਰ ਆਪਾਂ ਇੱਥੇ ਚੱਲਦੇ ਹਾਂ ਵਾਰ ਦੀ ਤਰਤੀਬ ਤੇ ਦੇਖ ਲਓ ਥੋੜਾ ਕੁ, ਫਿਰ ਆਪਾਂ ਇਤਿਹਾਸ ਜਾਣਾਂਗੇ ਇਸ ਦਾ ਕੀ ਰਿਹਾ। ਵਾਰ ਦੀ ਤਰਤੀਬ ਤੁਹਾਨੂੰ ਦੱਸ ਹੀ ਦਿੱਤੀ ਹੈ। ਸਭ ਤੋਂ ਪਹਿਲਾਂ ਮੰਗਲਾਚਰਨ ਹੁੰਦਾ ਹੈ। ਜਿੱਦਾਂ ਕਿ ਆਪਾਂ ਦੇਖਦੇ ਹਾਂ ਕੋਈ ਵੀ ਆਪਾਂ ਮੰਨ ਲਓ ਕਿਸੇ ਸਿੰਗਰ ਦਾ ਸ਼ੋਅ ਹੈ, ਉਹ ਕੀ ਕਰਦਾ, ਸਭ ਤੋਂ ਪਹਿਲਾਂ ਧਾਰਮਿਕ ਗਾਣਾ ਸਟੇਜ ਦੇ ਉੱਤੇ ਗਾਇਆ ਜਾਂਦਾ ਹੈ। ਜਿੱਦਾਂ ਕਿ ਕੋਈ ਵੀ ਸਿੰਗਰ ਸ਼ੋਅ ਲਾਉਂਦਾ ਪਹਿਲਾਂ ਧਾਰਮਿਕ ਗਾਣਾ ਹੁੰਦਾ, ਤਾਂ ਵਾਰ ਦੇ ਵਿੱਚ ਵੀ ਇਦਾਂ ਹੀ ਹੁੰਦਾ। ਵਾਰ ਦੇ ਵਿੱਚ ਇਦਾਂ ਮੰਗਲਾਚਰਨ ਲਿਖਿਆ ਜਾਂਦਾ। ਜਿਹੜੇ ਵੀ ਮੰਨ ਲਓ ਗੁਰੂਆਂ ਨੂੰ ਮੰਨਦਾ ਹੋਵੇਗਾ ਜਿਹੜਾ ਰਾਈਟਰ ਸੀਗਾ, ਉਹ ਆਪਣੇ ਈਸ਼ਟਾਂ ਨੂੰ ਧਿਆਉਂਦਾ। ਜਿੱਦਾਂ ਚੰਡੀ ਦੀ ਵਾਰ ਦੇ ਵਿੱਚ ਵਾਰ ਭਗਉਤੀ ਕੀ ਪਾਤਸ਼ਾਹੀ ਦਸਵੀਂ, ਇਹ ਸਾਰਾ ਕੁਝ ਜਿਹੜਾ ਆਪਾਂ ਨੂੰ ਦੇਖਣ ਨੂੰ ਮਿਲਦਾ ਹੈਗਾ। ਠੀਕ ਹੈ, ਇਹ ਸਾਰਾ ਕੁਝ ਹਰ ਇੱਕ ਵਾਰ ਦੇ ਵਿੱਚ ਸਟਾਰਟਿੰਗ ਦੇ ਵਿੱਚ ਹੁੰਦਾ ਤੇ ਇਸ ਨੂੰ ਆਪਾਂ ਮੰਗਲਾਚਰਨ ਕਹਿੰਦੇ ਹਾਂ। ਤੇ ਉਸ ਤੋਂ ਬਾਅਦ ਫਿਰ ਇਹਦੇ ਵਿੱਚ ਕਲ ਤੇ ਨਾਰਦ ਦਾ ਜ਼ਿਕਰ ਆਉਂਦਾ, ਉਹ ਵੀ ਆਪਾਂ ਸਮਝਾਂਗੇ। ਨਾਦਰ ਸ਼ਾਹ ਦਾ ਫਿਰ ਅੱਗੇ ਹਮਲਾ ਆਪਾਂ ਨੂੰ ਦੇਖਣ ਨੂੰ ਮਿਲਦਾ ਕਿ ਨਾਦਰ ਸ਼ਾਹ ਇੱਥੇ ਹਮਲਾ ਕਰਦਾ ਹੈ। ਤੇ ਉਸ ਤੋਂ ਬਾਅਦ ਜਿਹੜਾ 37ਵਾਂ ਕਾਂਡ ਆਉਂਦਾ, ਉਸ ਦੇ ਵਿੱਚ ਸੰਨਿਆਸੀਆਂ ਦੇ ਨਾਲ ਮੁੱਠਭੇੜ ਹੁੰਦੀ ਹੈ। ਤੇ ਜਿਹੜਾ 38ਵਾਂ ਕਾਂਡ ਹੈ, 38ਵੇਂ ਕਾਂਡ ਦੇ ਉੱਤੇ ਇਹ ਵਾਰ ਖਤਮ ਹੋ ਜਾਂਦੀ ਹੈ। ਪਰ ਵਾਰ ਹੈਗੀ ਜਿਹੜੀ ਅੱਗੇ ਹੋਰ ਵੀ ਹੋਣੀ ਚਾਹੀਦੀ ਸੀਗੀ। ਇਹ ਕਰਨਾਲ ਦਾ ਜਿਹੜਾ ਯੁੱਧ ਸੀਗਾ ਉੱਥੋਂ ਤੱਕ ਦੀ ਇਹ ਵਾਰ ਲਿਖੀ ਗਈ ਹੈ। ਪਰ ਜਿਹੜਾ ਨਾਦਰ ਸ਼ਾਹ ਸੀ ਕਰਨਾਲ ਤੋਂ ਵੀ ਅੱਗੇ ਲੰਘ ਕੇ
ਦਿੱਲੀ ਤੱਕ ਲੁੱਟਦਾ ਹੋਇਆ ਗਿਆ ਸੀਗਾ, ਪਰ ਇੱਥੇ ਸਿਰਫ ਤੇ ਸਿਰਫ ਕਰਨਾਲ ਤੱਕ ਦਾ ਜ਼ਿਕਰ ਹੈ। ਤਾਂ ਕਰਕੇ ਆਪਾਂ ਕਹਿੰਦੇ ਹਾਂ ਕਿ ਇਹ ਵਾਰ ਅੱਧੀ ਅਧੂਰੀ ਜੀ ਹੈ, ਪੂਰੀ ਵਾਰ ਆਪਾਂ ਨੂੰ ਦੇਖਣ ਨੂੰ ਨਹੀਂ ਮਿਲੀ। ਤਾਂ ਇਹ ਕਹਿ ਸਕਦੇ ਹਾਂ ਕਿ ਬਿਨਾਂ ਮਹਾਤਮ ਦੇ ਇਹ ਵਾਰ ਖਤਮ ਹੋ ਜਾਂਦੀ ਹੈ। ਬਾਕੀ ਜਿਹੜਾ ਉਸਨੇ ਨਾਦਰ ਸ਼ਾਹ ਨੇ ਕਰਨਾਲ ਤੋਂ ਬਾਅਦ ਅੱਗੇ ਜਾ ਕੇ ਜਿਹੜਾ ਕਤਲੇਆਮ ਕੀਤਾ ਸੀ, ਉਹ ਆਪਾਂ ਨੂੰ ਇਸ ਦੇ ਵਿੱਚ ਦੇਖਣ ਨੂੰ ਨਹੀਂ ਮਿਲਦਾ। ਤਾਂ ਇੱਕ ਵਾਰ ਆਪਾਂ ਇਤਿਹਾਸ ਸਮਝਦੇ ਹਾਂ, ਬਾਕੀ ਦੀਆਂ ਗੱਲਾਂ ਤੁਸੀਂ ਬਾਅਦ ਦੇ ਵਿੱਚ ਸਮਝੋਗੇ। ਹੁਣ ਨਾਦਰ ਸ਼ਾਹ ਸੀਗਾ, ਨਾਦਰ ਸ਼ਾਹ ਇੱਕ ਈਰਾਨ ਦਾ ਬਾਦਸ਼ਾਹ ਹੋਇਆ, ਮਤਲਬ ਆਤੰਕ ਦਾ ਨਾਮ ਸੀਗਾ ਜੇਕਰ ਨਾਦਰ ਸ਼ਾਹ ਸੀਗਾ। ਜੇਕਰ ਤੁਸੀਂ ਇੱਦਾਂ ਸ਼ਬਦਾਂ ਦੇ ਵਿੱਚ ਸਮਝੋ, ਮਤਲਬ ਜਿਹੜੇ ਨਾਲ ਇਸ ਬੰਦੇ ਦੀ ਟੱਕਰ ਹੋ ਜਾਂਦੀ ਸੀ, ਸਾਹਮਣੇ ਵਾਲਾ ਟਿਕਦਾ ਨਹੀਂ ਸੀ। ਜੇਕਰ ਕਿਸੇ ਮਤਲਬ ਕਿ ਜਿੱਦਾਂ ਆਪਾਂ ਅੱਜ ਦੀ ਗੱਲ ਕਰਦੇ ਹਾਂ ਕਿ ਹਰੀ ਸਿੰਘ ਨਲੂਏ ਦਾ ਨਾਮ ਜੇਕਰ ਉੱਧਰ ਜਾ ਕੇ ਲਿਆ ਜਾਵੇ ਪਠਾਣਾ ਵਾਲੀ ਸਾਈਡ, ਤਾਂ ਉਹ ਮਤਲਬ ਕਿ ਡਰ ਜਾਂਦੇ ਆ, ਮਤਲਬ ਬੱਚਿਆਂ ਨੂੰ ਕਹਿੰਦੇ ਆ ਕਿ ਸੌਂ ਜਾ ਨਹੀਂ ਤਾਂ ਹਰੀ ਸਿੰਘ ਨਲੂਆ ਆ ਜਾਏਗਾ। ਉਹ ਚੀਜ਼ਾਂ ਇਹ ਬੰਦੇ ਨੇ ਉਸ ਟਾਈਮ ਆਪਣਾ ਨਾਮ ਬਣਾ ਲਿਆ ਸੀਗਾ, ਠੀਕ ਹੈ, ਕਿਉਂਕਿ ਇਹ ਪਹਿਲਾਂ ਦਾ ਸੀਗਾ। ਨਾਦਰ ਸ਼ਾਹ ਹਰੀ ਸਿੰਘ ਨਲੂਏ ਹੋਰ ਤੋਂ ਪਹਿਲਾਂ ਦਾ ਸੀਗਾ। ਇਸ ਦਾ ਪੂਰਾ ਆਤੰਕ ਬਣਿਆ ਹੋਇਆ ਸੀ, ਈਰਾਨ ਦਾ ਬਾਦਸ਼ਾਹ ਸੀਗਾ। ਤਾਂ ਇਸ ਦੇ ਨਾਲ ਕੋਈ ਬੰਦਾ ਜੇਕਰ ਟੱਕਰ ਲੈਂਦਾ ਸੀ ਤਾਂ ਸਮਝੋ ਕਿ ਉਸ ਦੀ ਮੌਤ ਨਿਸ਼ਚਿਤ ਸੀਗੇ। ਤਾਂ ਐਡਾ ਨਾਮ ਇਸ ਬੰਦੇ ਦਾ ਬਣਿਆ ਹੋਇਆ ਸੀ। ਤੇ ਇਸ ਦੇ ਸਿਮਿਲਰ ਜੇਕਰ ਆਪਾਂ ਸਮਕਾਲੀ ਦੇਖੀਏ, ਇਹ ਤਾਂ ਈਰਾਨ ਦੇ ਵਿੱਚ ਬੈਠਾ ਸੀ, ਤਾਂ ਉਸ ਟਾਈਮ ਭਾਰਤ ਦੇ ਵਿੱਚ ਦਿੱਲੀ ਦੇ ਤਖਤ ਦੇ ਉੱਤੇ ਕੌਣ ਬੈਠਾ ਸੀ? ਭਾਰਤ ਦੇ ਵਿੱਚ ਮੁਗਲ ਸਲਤਨਤ ਦਾ ਬਾਦਸ਼ਾਹ ਬੈਠਾ ਸੀ ਦਿੱਲੀ ਦੇ ਉੱਤੇ, ਮੁਹੰਮਦ ਸ਼ਾਹ ਰੰਗੀਲਾ। ਤਾਂ ਦੇਖੋ ਇਹ ਚੀਜ਼ ਤੁਸੀਂ ਆਪਣੀ ਰਿਲੇਟ ਕਰ ਗਏ ਹੋਵੋਗੇ ਕਿ ਈਰਾਨ ਦੇ ਵਿੱਚ ਨਾਦਰ ਸ਼ਾਹ ਬੈਠਾ ਸੀ, ਉਸੇ ਟਾਈਮ ਮੁਹੰਮਦ ਸ਼ਾਹ ਰੰਗੀਲਾ ਆਪਣੇ ਭਾਰਤ ਦੇ ਵਿੱਚ ਦਿੱਲੀ ਦੇ ਤਖਤ ਦੇ ਉੱਤੇ ਬੈਠਾ ਸੀ। ਦਿੱਲੀ ਦੀ ਗੱਲ ਕਰ ਲਈ। ਉਸ ਤੋਂ ਬਾਅਦ ਆਪਾਂ ਪੰਜਾਬ ਦੇ ਵਿੱਚ ਵੀ ਸਮਝਦੇ ਹਾਂ। ਪੰਜਾਬ ਦਾ ਜਿਹੜਾ ਗਵਰਨਰ ਸੀ, ਜਿਹੜਾ ਆਪਾਂ ਰਾਜਪਾਲ ਨਹੀਂ ਕਹਿ ਦਿੰਦੇ ਆ, ਉਹ ਸੀਗਾ ਜ਼ਕਰੀਆ ਖਾਂ। ਪੰਜਾਬ ਦੇ ਵਿੱਚ ਜ਼ਕਰੀਆ ਖਾਂ ਬੈਠਾ ਸੀ ਲਾਹੌਰ ਦੇ ਤਖਤ ਦੇ ਉੱਤੇ। ਲਾਹੌਰ ਸੀਗਾ ਉਸ ਟਾਈਮ ਜਿਹੜਾ ਆਪਣਾ ਮੰਨਿਆ ਜਾਂਦਾ ਸੀਗਾ ਕਿ ਵੱਡਾ ਸ਼ਹਿਰ, ਠੀਕ ਹੈ। ਤਾਂ ਜ਼ਕਰੀਆ ਖਾਂ ਬੈਠਾ ਸੀਗਾ ਲਾਹੌਰ ਦੇ ਤਖਤ ਦੇ ਉੱਤੇ। ਤਾਂ ਇਹ ਚੀਜ਼ਾਂ ਤੁਸੀਂ ਸਮਝ ਗਏ ਹੋਵੋਗੇ। ਹੁਣ ਦੇਖੋ ਜੀ, ਬਾਦਸ਼ਾਹ ਮੇਨ ਬਾਦਸ਼ਾਹ ਕਿਹੜਾ ਸੀਗਾ ਭਾਰਤ ਦੇ ਵਿੱਚ? ਮੁਹੰਮਦ ਸ਼ਾਹ ਰੰਗੀਲਾ। ਨਾਮ ਤੋਂ ਹੀ ਪਤਾ ਲੱਗ ਰਿਹਾ ਕਿ ਰੰਗ ਰਲੀਆਂ ਮਨਾਉਣ ਵਾਲਾ ਬੰਦਾ ਸੀਗਾ, ਠੀਕ ਹੈ। ਇਹ ਚੀਜ਼ਾਂ ਇਸ ਦੇ ਵਿੱਚ ਕੋਈ ਵੀ ਤਰ੍ਹਾਂ ਦੀ ਕਿਸੇ ਵੀ ਤਰ੍ਹਾਂ ਦੇ ਖੇਲ ਤਮਾਸ਼ੇ, ਰੰਗ ਤਮਾਸ਼ੇ, ਇਹ ਚੀਜ਼ਾਂ ਮੰਨਣ ਵਾਲਾ ਬੰਦਾ ਸੀਗਾ। ਇਸ ਦਾ ਲੋਕਾਂ ਦੇ ਵਿੱਚ ਕੋਈ ਧਿਆਨ ਨਹੀਂ ਸੀਗਾ, ਖਰਮਸਤੀ ਵਾਲਾ ਬੰਦਾ ਸੀਗਾ। ਜੇਕਰ ਆਪਾਂ ਸਿੱਧੇ ਸ਼ਬਦਾਂ ਦੇ ਵਿੱਚ ਸਮਝਣਾ ਹੋਵੇ ਤਾਂ ਇਹ ਚੀਜ਼ਾਂ ਦੇ ਵਿੱਚ ਇਸ ਦਾ ਧਿਆਨ ਸੀਗਾ। ਇਸ ਨੂੰ ਲੋਕਾਂ ਤੱਕ ਕੋਈ ਮਤਲਬ ਨਹੀਂ ਸੀ, ਕੋਈ ਲੁੱਟਦਾ ਲੁੱਟੇ, ਕੋਈ ਮਰਦਾ ਮਰੇ, ਇਹਨੂੰ ਕੋਈ ਮਤਲਬ ਨਹੀਂ ਸੀ ਕਿਸੇ ਨਾਲ। ਹੁਣ ਦੇਖੋ, ਇਸ ਬੰਦੇ ਦੇ ਰਾਜ ਦੇ ਵਿੱਚ ਦੋ ਬੰਦੇ ਹੋਰ ਹੁੰਦੇ ਹੈਗੇ ਜਿਹੜੇ ਕਿ ਇਸ ਦੇ ਨੀਚੇ ਕੰਮ ਕਰਦੇ। ਇੱਕ ਤਾਂ ਹੁੰਦਾ ਖਾਨ ਦੌਰਾ, ਠੀਕ ਹੈ ਜੀ। ਖਾਨ ਦੌਰਾ ਇਸ ਦਾ ਖਾਸ ਸੀਗਾ ਮੁਹੰਮਦ ਸ਼ਾਹ ਰੰਗੀਲਾ ਦਾ। ਤੇ ਇੱਕ ਬੰਦਾ ਹੋਇਆ ਨਿਜ਼ਾਮੁਲ ਮੁਲਕ, ਠੀਕ ਹੈ। ਇਹ ਵੀ ਇਸ ਦੇ ਹੇਠਾਂ ਕੰਮ ਕਰਦਾ ਸੀਗਾ ਬਾਦਸ਼ਾਹ ਦੇ, ਠੀਕ ਹੈ। ਬਾਦਸ਼ਾਹ ਦੇ ਤਾਂ ਹੇਠ ਹੀ ਹੋਣਗੇ, ਯਾਨੀ ਕਿ ਇਹ ਬੰਦਾ ਖਾਨ ਦੌਰਾ ਤੇ ਇੱਕ ਨਿਜ਼ਾਮੁਲ ਮੁਲਕ, ਇਹ ਦੋਨੋਂ ਬੰਦੇ ਬਾਦਸ਼ਾਹ ਦੇ ਨੀਚੇ ਕੰਮ ਕਰਦੇ ਸੀ। ਇੱਕ ਵਾਰ ਕੀ ਹੋਇਆ ਕਿ ਖਾਨ ਦੌਰਾ ਸੀਗਾ ਜਿਹੜਾ, ਇਸ ਬੰਦੇ ਨੇ ਇਸ ਬੰਦੇ ਦੀ ਨਿਜ਼ਾਮੁਲ ਮੁਲਕ ਦੀ ਬੇਇੱਜ਼ਤੀ ਕਰਤੀ ਕਿਸੇ ਨਾ ਕਿਸੇ ਕਾਰਨ ਦੇ ਕਰਕੇ। ਕੋਈ ਨਾ ਕੋਈ ਮਤਲਬ ਕਿ ਖਹਿਬਾਜ਼ੀ ਹੋ ਗਈ ਹੋਵੇਗੀ, ਤਾਂ ਨਿਜ਼ਾਮੁਲ ਮੁਲਕ ਦੀ ਬੇਇੱਜ਼ਤੀ ਕਰਤੀ। ਤਾਂ ਨਿਜ਼ਾਮੁਲ ਮੁਲਕ ਨੇ ਮਤਲਬ ਕਿ ਇਨਸਲਟ ਫੀਲ ਕੀਤਾ। ਉਸ ਬੰਦੇ ਨੇ ਮਨ ਦੇ ਵਿੱਚ ਧਾਰ ਲੈ ਕੇ ਆਪਾਂ ਨੇ ਖਾਨ ਦੌਰੇ ਨੂੰ ਸਬਕ ਸਿਖਾਉਣਾ ਹੈ, ਕਿਉਂਕਿ ਉਸਨੇ ਬੇਇੱਜ਼ਤੀ ਕੀਤੀ ਹੈ। ਬੇਇੱਜ਼ਤੀ ਦਾ ਬਦਲਾ ਉਸਨੇ ਲੈਣਾ ਚਾਹਿਆ ਤੇ ਉਸਨੇ ਸੋਚਿਆ ਕਿ ਜੇਕਰ ਆਪਾਂ ਮੁਹੰਮਦ ਸ਼ਾਹ ਰੰਗੀਲਾ ਨੂੰ ਹੀ ਕਿਸੇ ਨਾ ਕਿਸੇ ਤਰ੍ਹਾਂ ਅੱਖੋਂ ਪਰੇ ਕਰ ਦਈਏ, ਯਾਨੀ ਕਿ ਅੱਖ ਚੋਂ ਬਾਲ ਵਾਂਗੂ ਕੱਢ ਦਈਏ, ਤਾਂ ਇਸ ਦੀ ਵੀ ਕੋਈ ਖਾਸ ਪਾਵਰ ਨਹੀਂ ਰਹੇਗੀ। ਹੋ ਨਾ ਸਕੇ ਕਿ ਆਪਾਂ ਦੋਨਾਂ ਨੂੰ ਹੀ ਬਾਹਰ ਕੱਢ ਦਈਏ, ਮਤਲਬ ਕਿ ਇਦਾਂ ਦੀ ਉਸ ਬੰਦੇ ਨੇ ਖੇਡ ਰਚੀ। ਤਾਂ ਉਸ ਟਾਈਮ ਪੂਰਾ ਨਾਮ ਚੱਲਿਆ ਹੋਇਆ ਸੀਗਾ ਨਾਦਰ ਸ਼ਾਹ ਦਾ, ਠੀਕ ਹੈ ਜੀ। ਤਾਂ ਉਸ ਬੰਦੇ ਨੇ ਕੀ ਕੀਤਾ, ਇਸ ਨਿਜ਼ਾਮੁਲ ਮੁਲਕ ਨੇ ਕੀ ਕੀਤਾ ਕਿ ਨਾਦਰ ਸ਼ਾਹ ਨੂੰ ਕਿਸੇ ਤਰ੍ਹਾਂ ਸੁਨੇਹਾ ਘੱਲਿਆ ਕਿ ਤੁਸੀਂ ਆਓ, ਭਾਰਤ ਦੇ ਵਿੱਚ ਆਓ। ਭਾਰਤ ਦੇ ਵਿੱਚ ਜਿਹੜਾ ਬੰਦਾ ਹੈਗਾ ਅੱਜ ਦੇ ਟਾਈਮ ਤੇ ਦਿੱਲੀ ਦੇ ਤਖਤ ਦੇ ਉੱਤੇ ਬੈਠਾ ਹੈ, ਅੰਧਾ ਬੰਦਾ ਇੱਕ ਤਰ੍ਹਾਂ, ਉਸ ਨੂੰ ਕਿਸੇ ਤੱਕ ਕੋਈ ਮਤਲਬ ਨਹੀਂ ਹੈ, ਸੁੱਤਾ ਪਿਆ, ਜਦੋਂ ਮਰਜ਼ੀ ਆਓ ਤੁਸੀਂ ਲੁੱਟ ਕੇ ਲੈ ਜਾਓ, ਸਭ ਕੁਝ ਤੁਹਾਡਾ ਹੈ। ਜੇਕਰ ਤੁਹਾਨੂੰ ਕੋਈ ਵੀ ਅੰਦਰਲੀ ਸੂਹ ਚਾਹੀਦੀ ਹੈ, ਖਬਰ ਚਾਹੀਦੀ ਹੈ, ਉਹ ਦੇਣ ਲਈ ਤੁਹਾਨੂੰ ਤਿਆਰ ਬੈਠੇ ਆ। ਮਤਲਬ ਕਿ ਉਸ ਬੰਦੇ ਨੇ ਇਸ ਦੇ ਤੱਕ ਖਬਰ ਪਹੁੰਚਾਤੀ। ਤਾਂ ਨਾਦਰ ਸ਼ਾਹ ਨੂੰ ਆਮੰਤਰਿਤ ਪਹੁੰਚਿਆ ਤਾਂ ਇਸ ਨੇ ਕੀ ਕੀਤਾ, ਸੋਚਿਆ ਕਿ ਯਾਰ ਚੱਲਦੇ ਹਾਂ। ਵੈਸੇ ਵੀ ਕੋਈ ਪਹਿਲਾਂ ਤੋਂ ਵੀ ਹੋਰ ਲਾਗ ਡਾਟ ਰਹੀ ਹੋ ਸਕਦੀ ਹੈ, ਤਾਂ ਫਿਰ ਨਾਦਰ ਸ਼ਾਹ ਦੀ ਪਹਿਲਾਂ ਵੀ ਕੋਈ ਖੁੰਦਕ ਸੀ ਸ਼ਾਇਦ ਇਸ ਦੇ ਨਾਲ। ਤਾਂ ਇਸ ਨੇ ਕੀ ਕੀਤਾ, ਚਾਲੇ ਪਾਏ, ਉੱਥੋਂ ਚੱਲ ਪਿਆ। ਹੁਣ ਦੇਖੋ ਜੀ, 1739 ਦਾ ਜਦੋਂ ਸਾਲ ਆਇਆ, 1739, ਤਾਂ 1739 ਦੇ ਵਿੱਚ ਇਸਨੇ ਭਾਰਤ ਦੇ ਉੱਤੇ ਹਮਲਾ ਕੀਤਾ। ਹੁਣ ਦੇਖੋ, ਜਿਨ੍ਹਾਂ ਨੇ ਫਿਲਮ ਦੇਖੀ ਹੋਏਗੀ ਮਸਤਾਨੇ, ਤਰਸੇਮ ਜੱਸਰ ਦੀ ਜਿਹੜੀ ਫਿਲਮ ਆਉਂਦੀ ਹੈ, ਉਹਦੇ ਵਿੱਚ ਇਸ ਚੀਜ਼ ਦਾ ਜ਼ਿਕਰ ਕੀਤਾ ਹੋਇਆ ਕਿ 1739 ਜਦੋਂ ਫਿਲਮ ਚੱਲਦੀ ਹੈ, ਉਸ ਦੇ ਵਿੱਚ ਨੀਚੇ ਲਿਖਿਆ ਹੋਇਆ ਹੁੰਦਾ ਹੈ ਕਿ 1739 ਦਾ ਦ੍ਰਿਸ਼ ਪੇਸ਼ ਕੀਤਾ ਹੈ। ਤੇ ਐਂਡ ਦੇ ਵਿੱਚ ਜਦੋਂ ਫਿਲਮ ਖਤਮ ਹੁੰਦੀ ਹੈ 1799, ਯਾਨੀ ਕਿ 60 ਸਾਲ ਬਾਅਦ ਉਸ ਦੇ ਵਿੱਚ ਲਿਖਿਆ ਹੁੰਦਾ। ਤਾਂ ਉਹਦੇ ਵਿੱਚ ਨਾਦਰ ਸ਼ਾਹ ਦਾ ਹਮਲਾ ਦਿਖਾਇਆ ਜਾਂਦਾ ਹੈ ਕਿ 1739 ਦੇ ਵਿੱਚ ਨਾਦਰ ਸ਼ਾਹ ਆਉਂਦਾ ਹੈ। ਉਹ ਸਾਰਾ ਕੁਝ ਉਸ ਫਿਲਮ ਦੇ ਵਿੱਚ ਦਿਖਾਇਆ ਹੋਇਆ। ਇੱਕ ਵਾਰ ਜ਼ਰੂਰ ਦੇਖਿਓ ਜੇਕਰ ਤੁਹਾਨੂੰ ਕਿਸੇ ਤਰ੍ਹਾਂ ਮੌਕਾ ਮਿਲਦਾ ਹੈ। ਹੁਣ ਦੇਖੋ, 1739 ਦੇ ਵਿੱਚ ਭਾਰਤ ਦੇ ਉੱਤੇ ਨਾਦਰ ਸ਼ਾਹ ਹਮਲਾ ਕਰਦਾ ਹੈ, ਠੀਕ ਹੈ। ਤੇ ਉਸ ਟਾਈਮ ਫਿਰ ਲੋਕ ਕੀ ਕਰਦੇ ਆ, ਉਸ ਦਾ ਡਟ ਕੇ ਸਾਹਮਣਾ ਕਰਦੇ ਆ।
ठीक है। तो डट के सामना ਜਿਹੜੇ ਵੀ ਕਰਦੇ ਉਹ ਜ਼ਿਆਦਾ ਚਿਰ ਉਸਦੇ ਸਾਹਮਣੇ ਟਿਕ ਕੇ ਨਹੀਂ ਬੈਠ ਪਾਉਂਦੇ ਤੇ ਉਸ ਤੋਂ ਬਾਅਦ ਫਿਰ ਕਰਦਾ ਕਰਾਉਂਦਾ ਉਹ ਕੀ ਕਰਦਾ ਪੰਜਾਬ ਦੇ ਵਿੱਚ ਆਉਂਦਾ ਤਾਂ ਉਹ ਉਸ ਦਾ ਮੱਥਾ ਲੱਗਦਾ ਜ਼ਾਕਰੀਆ ਖਾਨ ਨਾਲ। ਜਦੋਂ ਉਹ ਲਾਹੌਰ ਦੇ ਵਿੱਚ ਐਂਟਰ ਕਰਦਾ ਜ਼ਾਕਰੀਆ ਖਾਨ ਦੇ ਨਾਲ ਮੱਥਾ ਲੱਗਦਾ। ਜ਼ਾਕਰੀਆ ਖਾਨ ਥੋੜਾ ਟਾਈਮ मतलब कि 3-5 ਕਰਦਾ ਤੇ ਫਿਰ ਉਹ ਸੋਚਦਾ ਕਿ ਯਾਰ ਜਦੋਂ ਬਾਦਸ਼ਾਹ ਨੂੰ ਨਹੀਂ ਕੋਈ मतलब ਜਿਹੜਾ ਦਿੱਲੀ ਦੇ ਵੀ ਤਖਤ ਤੇ ਬੈਠਾ ਮੁਹੰਮਦ ਸ਼ਾਹ ਰੰਗੀਲਾ ਜਦੋਂ ਉਹ ਰੰਗ ਰਲੀਆਂ ਮਨਾ ਰਿਹਾ ਤਾਂ ਫਿਰ ਮੈਂ ਕਿਉਂ ਆਪਣੀ ਜਾਨ ਗਵਾਵਾਂ। ਤਾਂ ਉਹ ਇੱਕ ਤਰ੍ਹਾਂ ਹਾਰ ਮੰਨ ਕੇ ਕਹਿ ਦਿੰਦਾ ਕਿ ਜੋ ਤੁਸੀਂ ਚਾਹੋ ਮੈਂ ਕਰਨ ਨੂੰ ਤਿਆਰ ਹਾਂ, ਤੁਹਾਡੇ ਨਾਲ ਹੀ ਮਿਲਾ ਲਓ ਮੈਨੂੰ। ਤਾਂ ਉਹ ਜ਼ਾਕਰੀਆ ਖਾਨ ਵੀ ਉਸ ਦੇ ਨਾਲ ਮਿਲ ਜਾਂਦਾ। ਤਾਂ ਫਿਰ ਕੀ ਹੁੰਦਾ ਇਸੇ ਤਰ੍ਹਾਂ ਕਰਦਾ ਕਰਾਉਂਦਾ ਨਾਦਰ ਸ਼ਾਹ ਹੈਗਾ ਜਿਹੜਾ ਉਹ ਚੱਲਦਾ ਉੱਥੋਂ, ਠੀਕ ਹੈ। ਉਹ ਲੜਦਾ ਹੋਇਆ ਆਉਂਦਾ ਕਾਬਲ ਕੰਧਾਰ ਤੋਂ। ਜਦੋਂ ਉਹ ਸ਼ੁਰੂ ਕਰਦਾ ਇਹ ਸਾਰਾ ਕੁਛ ਕਰਦਾ ਕਾਬਲ ਕੰਧਾਰ ਤੋਂ ਆਉਂਦਾ ਕਰਦਾ ਉਹ ਕਰਨਾਲ ਤੱਕ ਪਹੁੰਚਦਾ। ਕਰਨਾਲ ਤੱਕ ਪਹੁੰਚਦੇ ਕਰਦੇ ਮੁਹੰਮਦ ਸ਼ਾਹ ਰੰਗੀਲਾ ਹੋਰ ਨੂੰ ਪਤਾ ਲੱਗ ਜਾਂਦਾ ਕਿ ਉਹ ਬੰਦਾ ਲੜਨ ਆ ਰਿਹਾ ਤਾਂ ਇਹ ਵੀ ਆਪਣੀ ਫੌਜ ਲੈ ਕੇ ਚਾਲੇ ਪਾਉਂਦੇ। ਖਾਨ ਦੌਰਾ ਵੀ ਆਉਂਦਾ। ਇਹ ਖਾਨ ਦੌਰਾ ਹੈਗਾ ਜਿਹੜਾ ਕਰਨਾਲ ਦੇ ਵਿੱਚ, ਕਰਨਾਲ ਜੋ ਕਿ ਅੱਜ ਹਰਿਆਣਾ ਦਾ ਪਾਰਟ ਹੈ, ਉੱਥੇ ਆ ਕੇ ਖਾਨ ਦੌਰਾ ਮਾਰਿਆ ਜਾਂਦਾ ਉਸ ਲੜਾਈ ਦੇ ਵਿੱਚ। ਮੇਨ ਮਕਸਦ ਇਸ ਬੰਦੇ ਦਾ ਨਿਜਮਲ ਮੁਲਕ ਦਾ ਸੀਗਾ ਕਿ ਖਾਨ ਦੌਰੇ ਨੂੰ ਕਿਸੇ ਤਰ੍ਹਾਂ ਮਰਵਾ ਦਿੱਤਾ ਜਾਵੇ। ਉਹ ਇਸ ਬੰਦੇ ਦਾ ਮਕਸਦ ਪੂਰਾ ਹੋ ਜਾਂਦਾ ਯਾਨੀ ਕਿ ਖਾਨ ਦੌਰਾ ਮਾਰਿਆ ਜਾਂਦਾ ਹੈ। ਮੁਹੰਮਦ ਸ਼ਾਹ ਰੰਗੀਲਾ ਇੰਨੀ ਅਣਖ ਵਾਲਾ ਬੰਦਾ ਹੈ ਨਹੀਂ ਸੀਗਾ। ਇਹਨੇ ਤਾਂ ਨਾਲ ਦੀ ਨਾਲ ਗੋਡੇ ਟੇਕਤੇ। ਇਹਨੇ ਕਹਿਤਾ ਕਿ ਜਿੱਦਾਂ ਤੁਸੀਂ ਚਾਹੋ मतलब कि ਆਪਾਂ ਤਾਂ ਕਰਨ ਨੂੰ ਤਿਆਰ ਹਾਂ। ਤਾਂ मतलब कि ਇੱਕ ਤਰ੍ਹਾਂ ਹੱਥ ਮਿਲਾ ਲਿਆ ਉਸ ਦੇ ਸਾਹਮਣੇ मतलब कि ਬੰਦੀ ਬਣ ਕੇ ਬਹਿ ਗਿਆ ਕਿ ਯਾਰ ਜੋ ਤੁਸੀਂ ਚਾਹੋ ਕਰ ਲਓ। मतलब कि ਉੱਦਾਂ ਫਿਰ ਉਸਨੇ ਕੀ ਕੀਤਾ, ਚਲੋ ਕੋਈ ਗੱਲ ਨਹੀਂ, ਕਹਿੰਦੇ ਇੱਕ ਵਾਰ ਦਿੱਲੀ ਚੱਲਦੇ ਆ। ਕਹਿੰਦੇ ਕਰਨਾਲ ਤੋਂ ਬਾਅਦ ਫਿਰ ਅੱਗੇ ਜਦੋਂ ਉਹ ਦਿੱਲੀ ਦੇ ਵਿੱਚ ਜਾਂਦੇ ਆ ਵਧੀਆ ਉਹਨਾਂ ਦਾ ਮਾਹੌਲ ਰਹਿੰਦਾ, ਵਧੀਆ ਬਣਿਆ ਰਹਿੰਦਾ। ਉਸ ਤੋਂ ਬਾਅਦ ਕੁਝ ਨਾ ਕੁਝ ਉਹਨਾਂ ਦੇ ਵਿਚਕਾਰ ਗਲਤਫਹਿਮੀ ਹੋ ਜਾਂਦੀ ਹੈ। ਤਾਂ ਨਾਦਰ ਸ਼ਾਹ ਨੂੰ ਲੱਗਦਾ ਕਿ ਯਾਰ ਇਹ ਬੰਦਾ ਮੈਨੂੰ ਕਿਤੇ ਪੰਪ ਮਾਰ ਕੇ ਨਾ ਲੈ ਕੇ ਆਇਆ ਹੋਵੇ ਕਿ ਯਾਰ ਕੋਈ मतलब कि ਮੈਨੂੰ ਮੂਰਖ ਨਾ ਬਣਾ ਰਿਹਾ ਹੋਵੇ, ਕਿਤੇ मतलब कि ਸੁੱਤੇ ਪਈ ਤੇ ਹਮਲਾ ਕਰਦੇ ਮਰਵਾ ਦੇ ਆਪਾਂ ਨੂੰ। ਤਾਂ ਉਹ मतलब कि ਉਸਨੂੰ ਇੱਕ ਭਿਣਕ ਮਿਲ ਜਾਂਦੀ ਹੈ ਕਿ ਯਾਰ ਆਪਾਂ ਨੂੰ ਇਹਦਾ ਕੰਮ ਕਰ ਦੇਣਾ ਚਾਹੀਦਾ। ਤਾਂ ਫਿਰ ਉਹ ਕੀ ਕਰਦਾ ਹਮਲਾ ਬੋਲ ਦਿੰਦਾ, ਆਪਣੀ ਸੈਨਾ ਨੂੰ ਹੁਕਮ ਦੇ ਦਿੰਦਾ ਨਾਦਰ ਸ਼ਾਹ ਕਿ ਜਾਓ ਯਾਰ ਦਿੱਲੀ ਦੀ ਇੱਟ ਨਾਲ ਇੱਟ ਖੜਕਾ ਦਿਓ, ਦਿੱਲੀ ਨੂੰ ਸਾਰੀ ਨੂੰ ਖਤਮ ਕਰ ਦਿੰਦੇ ਨੇ, ਲਹੂ ਦੀਆਂ ਨਦੀਆਂ ਵਗਾ ਦਿੰਦੇ ਨੇ। मतलब कि ਕੋਈ ਜੀਵ ਬੱਚਾ ਜਿਉਂਦਾ ਨਹੀਂ ਬਚਦਾ। ਉਸ ਟਾਈਮ ਨਾਦਰ ਸ਼ਾਹ ਨੇ ਇੰਨਾ ਆਤੰਕ ਕੀਤਾ ਦਿੱਲੀ ਦੇ ਵਿੱਚ, ਉਹ ਸਾਰਾ ਕੁਛ ਕਤਲੇਆਮ ਕੀਤਾ। ਜਦੋਂ ਫਿਰ ਕੀ ਹੁੰਦਾ ਸੂਰਜ ਢਲਣ ਲੱਗਦਾ ਸ਼ਾਮ ਦੇ ਟਾਈਮ, ਫਿਰ ਆ ਮੁਹੰਮਦ ਸ਼ਾਹ ਰੰਗੀਲਾ ਆਪ ਪਹੁੰਚਦਾ, ਮਾਫੀ ਮੰਗਦਾ ਕਿ ਜੇਕਰ ਕੋਈ ਗੁਨਾਹ ਹੋਇਆ ਤਾਂ ਮਾਫ ਕਰ ਦਿਓ, ਜੇਕਰ ਮਾਰਨਾ ਚਾਹੋ ਤਾਂ ਮਾਰ ਦਿਓ। मतलब कि ਉਹ ਇਦਾਂ ਕਹਿ ਕੇ ਮਾਫੀ ਮੰਗ ਲੈਂਦਾ ਤਾਂ ਫਿਰ ਨਾਦਰ ਸ਼ਾਹ ਵੀ ਉਸ ਨੂੰ ਮਾਫ ਕਰ ਦਿੰਦਾ। ਤਾਂ ਕੀ ਕਰਦਾ ਮਾਫ ਤਾਂ ਕਰ ਦਿੰਦਾ, ਲੋਕ ਤਾਂ ਸਾਰੇ ਖਤਮ ਕਰਤੇ। ਫਿਰ ਉਸ ਤੋਂ ਬਾਅਦ ਜਿਹੜੀਆਂ ਵੀ ਚੀਜ਼ਾਂ ਕੀਮਤੀ ਸਮਾਨ ਸੀਗਾ ਉਹ ਸਾਰਾ ਕੁਝ ਉੱਥੋਂ ਲੁੱਟ ਲੈਂਦਾ। ਲੁੱਟ ਕੇ ਆਪਣੇ ਘੋੜਿਆਂ ਦੇ ਉੱਤੇ ਜਾਂ ਜੋ ਵੀ ਸਮਾਨ ਉਹ ਲੈ ਕੇ ਗਏ ਸੀ ਉਹਦੇ ਉੱਤੇ ਲੱਦ ਕੇ ਸਾਰਾ ਸਮਾਨ ਤਿਆਰ ਕਰਕੇ ਉਹ ਲੈ ਕੇ ਜਾਂਦਾ ਜਿੱਥੋਂ ਉਹ ਚੱਲਿਆ ਸੀ ਵਾਪਸ ਜਾਣ ਵਾਸਤੇ। ਤਾਂ ਉਸ ਤੋਂ ਬਾਅਦ ਜਿੱਦਾਂ ਪੰਜਾਬ ਦੇ ਵਿੱਚੋਂ ਲੰਘ ਕੇ ਦਿੱਲੀ ਗਿਆ ਸੀਗਾ ਲੜਦਾ, ਤਾਂ ਉਸ ਨੂੰ ਵਾਪਸ ਵੀ ਪੰਜਾਬ ਦੇ ਵਿੱਚੋਂ ਲੰਘਣਾ ਪੈਂਦਾ ਸੀਗਾ। ਤਾਂ ਉਹ ਪੰਜਾਬ ਦੇ ਵਿੱਚ ਜਦੋਂ ਵਾਪਸ ਆਉਂਦਾ ਤਾਂ ਫਿਰ ਉਸ ਨੂੰ ਰਾਸਤੇ ਦੇ ਵਿੱਚ ਸਿੱਖਾਂ ਦਾ ਸਾਹਮਣਾ ਕਰਨਾ ਪੈਂਦਾ। ਤਾਂ ਉਸ ਟਾਈਮ ਨਾਦਰ ਸ਼ਾਹ ਨਹੀਂ ਜਾਣਦਾ ਸੀਗਾ ਕਿ ਸਿੱਖ ਕੌਣ ਨੇ, ਤਾਂ ਉਸਨੇ ਨਹੀਂ ਸੀ ਦੇਖਿਆ ਉਦੋਂ। ਪਰ ਫਿਰ ਉਸ ਦਾ ਜਦੋਂ ਮੁਕਾਬਲਾ ਹੁੰਦਾ ਤਾਂ ਸਿੰਘ ਜੰਗਲਾਂ ਦੇ ਵਿੱਚ ਰਹਿੰਦੇ ਸੀ ਉਸ ਟਾਈਮ, ਪਰ ਉਹ ਨਾਦਰ ਸ਼ਾਹ ਦੇ ਨਾਲ ਉਹਨਾਂ ਦੀ ਟੱਕਰ ਹੁੰਦੀ ਹੈ। ਨਾਦਰ ਸ਼ਾਹ ਜਿੰਨਾ ਵੀ ਕੁਝ ਲੁੱਟ ਕੇ ਉਸ ਦੀ ਸੈਨਾ ਜੋ ਵੀ ਦਿੱਲੀ ਦੇ ਵਿੱਚੋਂ ਜਾਂ ਲੋਕਾਂ ਤੋਂ ਕਬੀਲਿਆਂ ਤੋਂ ਲੁੱਟ ਕੇ ਲੈ ਕੇ ਗਏ ਹੁੰਦੇ ਆ, ਸਿੰਘ ਉਹ ਸਾਰਾ ਕੁਝ ਲੁੱਟ ਲੈਂਦੇ ਆ। ਤਾਂ ਨਾਦਰ ਸ਼ਾਹ ਦੇਖਦਾ ਕਿ ਯਾਰ ਆਪਾਂ ਤਾਂ ਅੱਜ ਤੱਕ ਲੁੱਟਣਾ ਹੀ ਦੇਖਿਆ ਸੀਗਾ, ਲੁੱਟਣਾ ਹੀ ਸਿੱਖਿਆ ਸੀ, ਲੁੱਟਦੇ ਹੀ ਆਏ ਆ, ਪਰ ਆਹ ਕੌਣ ਜੰਮ ਪਏ ਜਿਹੜੇ ਆਪਾਂ ਨੂੰ ਲੁੱਟ ਕੇ ਲੈ ਗਏ। ਤਾਂ ਨਾਦਰ ਸ਼ਾਹ ਉੱਥੋਂ ਡਰ ਗਿਆ। मतलब कि ਇੱਕ ਐਡਾ ਦਿਮਾਗ ਵਾਲਾ ਬੰਦਾ ਸੀ ਨਾਦਰ ਸ਼ਾਹ, ਉੱਥੋਂ ਹੀ ਸਮਝ ਗਿਆ ਸੀਗਾ ਕਿ ਇਹ ਕੋਈ ਨਵੀਂ ਕੌਮ ਹੈਗੀ ਜਿਹੜੀ ਆਪਾਂ ਨੂੰ ਲੁੱਟ ਜੇ। ਪਰ ਆਪਾਂ ਨੇ ਨਹੀਂ ਕਦੇ ਸੁਣਿਆ। ਪਰ ਉਸ ਟਾਈਮ ਕੀ ਹੁੰਦਾ ਜਿਹੜਾ ਜ਼ਾਕਰੀਆ ਖਾਨ ਦੇ ਕੋਲ ਪਹੁੰਚ ਜਾਂਦਾ ਫਿਰ ਉਹ ਜ਼ਾਕਰੀਆ ਖਾਨ ਜੋ ਕਿ ਲਾਹੌਰ ਦੇ ਵਿੱਚ ਬੈਠਾ ਸੀ, ਉਸ ਨੂੰ ਪੁੱਛਦਾ ਕਿ ਯਾਰ ਇਹ ਕੌਣ ਸੀਗੇ ਜਿਹੜੇ ਸਾਨੂੰ ਲੁੱਟ ਕੇ ਲੈ ਗਏ। ਤਾਂ ਉਹ ਦੱਸਦਾ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘ ਨੇਗੇ। ਇਹ मतलब कि ਇੱਕ मतलब कि ਛੋਟੀ ਜਿਹੀ ਟੁਕੜੀ ਹੈਗੀ ਇਹ। ਉਸਨੇ ਇਦਾਂ ਕਿਹਾ ਕਿ मतलब कि ਕੋਈ ਜ਼ਿਆਦਾ ਲੋਕ ਨਹੀਂ ਹੈ, ਥੋੜੇ ਕੁ ਲੋਕ ਹੈ। ਇਹ ਇਦਾਂ ਹੀ मतलब कि ਇਹਨਾਂ ਦਾ ਆਤੰਕ ਚੱਲਦਾ ਹੈਗਾ, मतलब कि ਇਹ ਲੁੱਟਦੇ ਹੀ ਰਹਿੰਦੇ ਹੈਗੇ। ਤਾਂ ਜੋ ਵੀ ਮੰਨ ਲਓ ਜਿੱਦਾਂ ਕੀ ਹੁੰਦਾ ਸੀਗਾ ਉਸ ਟਾਈਮ ਜਦੋਂ मतलब कि ਲੁੱਟਿਆ ਜਾ ਰਿਹਾ ਸੀਗਾ ਸਾਰਾ ਸਮਾਨ, ਤਾਂ ਇਹ ਸਿੰਘਾਂ ਦਾ ਕੰਮ ਸੀਗਾ ਕਿ ਕੋਈ ਵੀ ਲੁੱਟੀ ਹੋਈ ਚੀਜ਼ ਹੈ ਤਾਂ ਉਹ ਲੁੱਟ ਕੇ ਹੋਏ ਸਮਾਨ ਨੂੰ ਗਰੀਬਾਂ ਦੇ ਵਿੱਚ ਲਿਜਾ ਕੇ ਵੰਡ ਦਿੰਦੇ ਸੀਗੇ, ਜਾਂ ਫਿਰ ਧੀਆਂ ਭੈਣਾਂ ਨੂੰ, ਲੋਕਾਂ ਦੀਆਂ ਨੂੰ ਜੋ ਵੀ ਬੰਦੀ ਬਣਾ ਕੇ ਲਿਜਾਇਆ ਜਾਂਦਾ, ਠੀਕ ਹੈ, ਉਹ ਸਭ ਨੂੰ ਛੁਡਾ ਕੇ ਫਿਰ 12 ਵਜੇ ਸਿੰਘ ਜੋ ਕਾਰਵਾਈ ਕਰਦੇ ਸੀ ਉਹ ਚੀਜ਼ ਸਾਰੀ ਜਦੋਂ ਜ਼ਾਕਰੀਆ ਖਾਨ ਉਸ ਨੂੰ ਦੱਸਦਾ ਹੈਗਾ ਨਾਦਰ ਸ਼ਾਹ ਨੂੰ, ਤਾਂ ਫਿਰ ਨਾਦਰ ਸ਼ਾਹ ਕਹਿੰਦਾ ਕਿ ਮੈਂ ਨਹੀਂ ਦੇਖੇ ਕਦੇ ਇਹ ਸਿੰਘ ਕੌਣ ਹੁੰਦੇ ਆ, ਪਰ ਜੇ ਤੁਸੀਂ ਦੱਸ ਰਹੇ ਕਿ ਇਹ ਗੱਲਬਾਤ ਹੈ ਤੇ ਜੋ ਮੈਂ ਟ੍ਰੇਲਰ ਦੇਖ ਲਿਆ, ਪਰ ਇਹ ਚੀਜ਼ ਦੇਖ ਕੇ ਤੁਹਾਨੂੰ ਦੱਸ ਦਿੱਤਾ ਕਿ ਇੱਕ ਦਿਨ ਇਹ ਕੌਮ ਰਾਜ ਕਰੇਗੀ
ਤੇ ਸਾਰੇ ਜੋ ਵੀ ਇੱਥੇ 3-5 ਕਰਨ ਵਾਲੇ ਆ ਕੋਈ ਵੀ ਇਹਨਾਂ ਦੇ ਸਾਹਮਣੇ ਨਹੀਂ ਟਿਕੇਗਾ। ਤੇ ਉਹ ਨਾਦਰ ਸ਼ਾਹ ਨੇ ਇੱਕ ਪ੍ਰੈਡਿਕਸ਼ਨ ਕੀਤੀ ਸੀ, ਇੱਕ ਆਈਡੀਆ ਲਗਾਇਆ ਸੀ ਜਾਂ ਇੱਕ ਫਿਊਚਰ ਮਤਲਬ ਕਿ ਉਸ ਬੰਦੇ ਨੇ ਦੇਖ ਲਿਆ ਸੀ। ਉਹ ਕਹਿਤੀ ਸੀ ਕਿ ਗੱਲ ਜ਼ਾਕਰੀਆ ਖਾਨ ਨੂੰ, ਜ਼ਾਕਰੀਆ ਖਾਨ ਨੇ ਥੋੜੀ ਬਹੁਤੀ ਸੀਰੀਅਸ ਵੀ ਲਈ ਉਹ ਗੱਲ, ਪਰ उस बंदे की प्रडिक्शन अगे जाके यानी कि 60 साल बाद लगभग ठीक है वो जमा सिद्ध हो जाती है जदों महाराजा रणजीत सिंह लाहौर नूं राजधानी बना लेंदे तो वो चीज़ उसका आइडिया सिद्ध हो जाता सीगा कि नादर शाह सही कह के गया सीगा गल कि इन्हां ने राज करना। तो फिर ये राज होया भी है, ये राज महाराजा रणजीत सिंह ने कायम किया तो यह राज उतों लैके चलता रहा। तो फिर 1839 ਦੇ ਵਿੱਚ महाराजा रणजीत सिंह का देहांत होंदा है। हुण देखो आपां गल कीती सीगी इत्थे कि नादर शाह ने हमला किया, ठीक है, ये चीज़ आपां ने सारी समझ ली। तो उस तो बाद इस बार दे विच की गलबात हुई है वो भी समझते हैं। बाकी तुसी सारी बार नूं आपां इतिहास जिहड़ा तुहानूं हुण तक सुनाया उस दे विचों बार भी तुसी समझ गए, पर जिहड़ी बार लिखी है उहदे विच ना तां दिल्ली की गल कीती कि वो करनाल तो बाद दिल्ली गया तो ना फिर दिल्ली तो बाद जो वो समान लुट के लैके आउंदे आतंक मचाउंदे दिल्ली दे विच कि वह बाद दे विच पंजाब वाले ने लुटिया, ये कुछ बार दे विच नहीं दिखाया। बार आपां नूं अद्धी अधूरी ही प्राप्त हुई है तो आह बार जिहड़ी आपां नूं मिली है वह करनाल तक दी मिली है, ठीक है। हो सकता है वो बंदे ने बार ही इन्नी क लिखी हो सकता है कि वो बंदे ने जदों बार लिखी है उस तो बाद किसी बंदे को बार पहुंची होवे उहदे कोलों एक पेज गुम गया होवे, उस तो बाद होर बंदे तो एक एक करके मतलब कि अपने कोल कट के पहुंची होवे, यानी कि दिल्ली का हाल नहीं पहुंचा तो ना ही फिर जो सिंघां ने उसनूं लुटिया नादर शाह नूं वो पहुंचा, कुछ भी मतलब कि इदों बाद दा अपने कोल नहीं पहुंचा। तो इहदे विच अपने कोल पहुंचे करनाल तक की गल, ठीक है। तो अगे आपां समझदे हां सारियां गल्लां बातां। बार जिहड़ी रचना हैगी पौड़ियां दे विच यह लिखी गई है, उत्तम रचना इसनूं मन्निया जाता है। चंडी दी वार तो बाद जेकर कोई फेमस रचना हुई है जो मशहूर हुई है उत्तम बनी है तो वह यही वार हैगी। तो ये कुल 86 पौड़ियां आपां नूं देखण नूं मिलदियां ने ते इहदे विच कांड किन्ने 38, तो ये कुल 38 कांड है। तो आखिरी जिहड़ा कांड हैगा वो है जी करनाल दी जिहड़ी अपना करनाल तक ये पहुँचदा हैगा। तो आपां ने इत्थे तक देखिया सीगा कि ये इत्थे वर्णन देखा सीगा। देखो जी करनाल का जिहड़ा युद्ध सीगा उत्थों तक दी यह वार हैगी, ठीक है। दिल्ली का जिहड़ा कतलेआम है इस दे विच पेश नहीं किया गया तो यह अद्धी अधूरी यह वार रह जाती है। तो इस वार की जिहड़ी बोली है केंद्री पंजाबी है, ये मुहावरेदार गल्लां दा जिक्र किया गया, सुर जिहड़ी इसकी तिखी हैगी तो ठुकदार तो ठेठ इस दे विच लैंगुएज वरती गई है। तो ये छंद किहड़े वरते गए ने वो भी आपां वैसे अगे जाके समझांगे। ये पौड़ी के जिहड़े छंद वरते जाते हैं निशानी सिरखंडी दवैया तो सद ने जिहड़े, ठीक है। तो जिहड़ी आपां चंडी की वार पढ़ते हैं वो निशानी तो सिरखंडी छंद दोनों वरते गए सीगे। तो ये रस किहड़ा है, हुण रस की हुंदा है, कोई भी जदों आपां वार पढ़ते हैं वो मतलब कि कहे जे ठरमे नाल बंदे ने गल की है। जेकर तो वह अग वांगू बोल रहा बंदा तो वो वीरता वाली गल की गई है कि यार इधरों घोड़े आ गए इधरों घोड़े आ गए, यानी कि जेकर लड़ाई का माहौल बनाया गया तो वह वीर रस होएगा। रौद्र रस यानी कि पूरा रौद्र रूप उस धारिया होया सी ते भयानक रस विपत रस ये सारिया चीज़ां इस दिखाई गई ने। किते किते ये हास रस भी सीगा, ठीक है, यानी कि हासा पैदा किया बंदे ने। तो करुणा रस सीगा जिहड़ा, उस तो बाद शिंगार रस, ये सारे रस उसके देखने को मिलते हैं। उस तो बाद जिहड़ी गल करते हैं अलंकार किहड़े ने, उपमा अलंकार है, रूपक, उत्प्रेक्षा, दृष्टांत। जिद्दां दृष्टांत की गल करिए वो बंदा कुछ दृष्टांत दे के भी समझाना चाहुंदा है कि जिद्दां आपां किसी तरह का दृष्टांत दे दिए, जिद्दां कि आपां ने तुहानूं हुण पढ़ते पढ़ाते अपने तो मूसे वाले का दृष्टांत दिता, एक एग्जाम्पल दी, तो वो चीज़ में तुम रिलेट करके समझ गए। तो इस विषय किहड़े रहे सीगे, एक तो नादर शाह का हमला, फिर लोगों का जिहड़ा मुकाबला लोग करते, ये इतिहासक तत्थ भी ये आपको देखने को मिलते हैं। यो मेन इसकी खासियत हैगी कि ये इतिहासक तत्थ आपको देखने को मिलते हैं। बाकी तुसीं जो इतिहास अपने जान लिया तो ये बार नूं तुसीं हुण दोबारा इसका तरतीब नूं ढंग नाल समझोगे। ये मंगलाचरण देखने को मिलता है तो कल ते नारद का जिक्र आता है, वो भी आप समझांगे। नाटकी ढंग के इन्हों पेश किया गया। नादर शाह हमला करता है तो वह मुठभेड़ होंदा है सन्यासियों के नाल, ते एंड दे विच करनाल तक जिहड़ा एंडला कांड हैगा जिहड़ा इसदा उत्थे आके ही करनाल दे युद्ध ते खत्म हो जाती है जदों खान दौरा मारिया जाता है, यानी कि खान दौरे की मौत तक का इस जिक्र आउंदा है। उस तो बाद
ਕੀ ਹੁੰਦਾ ਹੈ ਇਹ ਇਸ ਦੇ ਵਿੱਚ ਨਹੀਂ ਦਿਖਾਇਆ ਗਿਆ। ਇਹ ਮਤਲਬ ਕਿ ਇਦਾਂ ਬਣਿਆ ਜਿੱਦਾਂ ਆਪਾਂ ਕੋਈ ਫਿਲਮ ਦੇਖਣ ਲੱਗ ਰਹੇ ਹਾਂ ਮੰਨ ਲਓ ਟੀਵੀ ਦੇ ਉੱਤੇ, ਤੇ ਇੱਕਦਮ ਅੱਧ ਦੇ ਵਿੱਚ ਜਾ ਕੇ ਲਾਈਟ ਚਲੀ ਜਾਂਦੀ ਹੈ, ਤਾਂ ਆਪਾਂ ਉਹ ਫਿਲਮ ਨੂੰ ਪੂਰੀ ਨਹੀਂ ਦੇਖ ਸਕਦੇ। ਆਪਾਂ ਨੂੰ ਅੱਧੀ ਫਿਲਮ ਪਤਾ ਹੁੰਦੀ ਹੈ, ਪਰ ਜੇਕਰ ਆਪਾਂ ਨੂੰ ਕੋਈ ਦੱਸਣ ਵਾਲਾ ਮਿਲ ਜੇ ਕਿ ਯਾਰ ਇਹ ਫਿਲਮ ਦੇ ਵਿੱਚ ਐਂਡ ਤੇ ਇਹ ਹੋਇਆ ਸੀ, ਐਂਡ ਤੇ ਇਹ ਹੋਇਆ ਸੀ, ਪਰ ਆਪਾਂ ਫਿਰ ਉਹ ਫਿਲਮ ਨੂੰ ਆਪਾਂ ਐਂਡ ਤੇ ਸਮਝ ਜਾਂਦੇ ਹਾਂ। ਪਰ ਇੱਥੇ ਵੀ ਇਹੀ ਗੱਲ ਹੋਈ ਹੈ, ਕਰਨਾਲ ਤੱਕ ਦਾ ਸੀਨ ਉੱਥੇ ਉਸ ਬੰਦੇ ਨੇ ਦਿਖਾਤਾ, ਬਾਕੀ ਦੀ ਗੱਲ ਇਸ ਦੇ ਵਿੱਚ ਆਪਾਂ ਨੂੰ ਨਹੀਂ ਦੇਖਣ ਨੂੰ ਮਿਲੀ। ਤਾਂ ਇਹ ਜਿਹੜੀ ਚੀਜ਼ ਇੱਥੇ ਲਿਖੀ ਆ ਇਹ ਵੀ ਸਮਝ ਕੇ ਤੁਸੀਂ, ਨਾਦਰ ਸ਼ਾਹ ਈਰਾਨ ਦਾ ਬਾਦਸ਼ਾਹ ਸੀਗਾ, 1739 ਈਸਵੀ ਦੇ ਵਿੱਚ ਉਸਨੇ ਭਾਰਤ ਦੇ ਉੱਤੇ ਹਮਲਾ ਕੀਤਾ ਸੀਗਾ ਤੇ ਲੋਕਾਂ ਨੇ ਡਟ ਕੇ ਮੁਕਾਬਲਾ ਕੀਤਾ। ਪੰਜਾਬ ਦਾ ਗਵਰਨਰ ਜ਼ਕਰੀਆ ਖਾਨ ਸੀ, ਦਿੱਲੀ ਦੀ ਸਲਤਨਤ ਦੇ ਉੱਤੇ ਮੁਹੰਮਦ ਸ਼ਾਹ ਰੰਗੀਲਾ ਬੈਠਾ ਸੀਗਾ। ਠੀਕ ਹੈ ਜੀ। ਉਸ ਤੋਂ ਬਾਅਦ ਫਿਰ ਅੱਗੇ ਜਿਹੜਾ ਯੁੱਧ ਦਾ ਮੈਦਾਨ ਹੈ, ਯੁੱਧ ਦਾ ਜਿਹੜਾ ਵਰਣਨ ਹੈ, ਉਹਦੇ ਵਿੱਚ ਖਾਨ ਦੌਰਾ ਤੇ ਨਾਦਰ ਸ਼ਾਹ ਦੀ ਲੜਾਈ ਹੁੰਦੀ ਆ। ਠੀਕ ਹੈ, ਯਾਨੀ ਕਿ ਉਸ ਦੇ ਵਿੱਚ ਫਿਰ ਨਾਦਰ ਸ਼ਾਹ ਜਿੱਤ ਜਾਂਦਾ ਹੈ, ਉਹਦੇ ਵਿੱਚ ਖਾਨ ਦੌਰਾ ਜਿਹੜਾ ਮਾਰਿਆ ਜਾਂਦਾ। ਤੇ ਜਿਹੜਾ ਬੰਦਾ ਨੇ ਵਾਰ ਲਿਖੀ ਹੈ ਉਹਨੇ ਖਾਨ ਦੌਰੇ ਨੂੰ ਸ਼ਹੀਦ ਦੱਸਿਆ। ਸ਼ਹੀਦ ਦੱਸਣ ਦਾ ਕਾਰਨ ਇਹ ਸੀਗਾ ਕਿ ਜਿਹੜਾ ਨਾਦਰ ਸ਼ਾਹ ਸੀਗਾ ਉਹਦੇ ਵਿੱਚ ਇੱਕ ਖਲਨਾਇਕ ਦੇ ਤੌਰ ਦੇ ਉੱਤੇ ਪੇਸ਼ ਕੀਤਾ ਗਿਆ। ਕਿਉਂਕਿ ਉਹਨੇ ਜਾ ਕੇ ਦਿੱਲੀ ਦੇ ਵਿੱਚ ਕਤਲੇਆਮ ਕੀਤਾ। ਉਹ ਚੀਜ਼ ਨੂੰ ਦੇਖ ਕੇ ਵੀ ਬੰਦੇ ਨੇ ਟਾਈਟਲ ਦਿੱਤਾ ਹੋ ਸਕਦਾ। ਵੈਸੇ ਵੀ ਉਹ ਬੰਦਾ ਕਬੀਲਿਆਂ ਨੂੰ ਲੁੱਟ ਕੇ ਲੈ ਕੇ ਆਇਆ ਸੀ। ਇਹ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਉਸ ਬੰਦੇ ਨੇ ਉਸ ਨੂੰ ਖਲਨਾਇਕ ਬਣਾਤਾ ਤੇ ਇੱਥੇ ਖਾਨ ਦੌਰੇ ਨੂੰ ਸ਼ਹੀਦ ਕਹਿਤਾ। ਤੇ ਜਿਹੜਾ ਆਹ ਬੰਦਾ ਸੀਗਾ ਨਿਜਮਲ ਮੁਲਕ, ਇਹਨੂੰ ਗਦਾਰ ਕਹਿਤਾ, ਕਿਉਂਕਿ ਇਸ ਬੰਦੇ ਨੇ ਆਪਣੇ ਘਰ ਦਾ ਭੇਤ ਦੇ ਕੇ ਲੰਕਾ ਢਵਾ ਲਈ। ਯਾਨੀ ਕਿ ਇਹਨੇ ਬਾਹਰਲੇ ਬੰਦੇ ਨੂੰ ਭੇਤ ਦਿੱਤਾ। ਜੇਕਰ ਇਹਨੂੰ ਬੇਇੱਜ਼ਤੀ ਕੀਤੀ ਸੀ ਤਾਂ ਇਹ ਮਸਲਾ ਸੁਲਝਾਇਆ ਜਾ ਸਕਦਾ ਸੀ ਜਾਂ ਫਿਰ ਹੋਰ ਕਿਸੇ ਤਰ੍ਹਾਂ ਬਦਲਾ ਲਿਆ ਜਾ ਸਕਦਾ ਸੀ, ਪਰ ਜੇਕਰ ਇਹਨੇ ਨਾਦਰ ਸ਼ਾਹ ਨੂੰ ਬਾਹਰੋਂ ਬੁਲਾ ਕੇ ਆਮ ਲੋਕਾਂ ਦਾ ਖੂਨ ਬਹਾਇਆ, ਉਹ ਗੱਲਾਂ ਕਰਕੇ ਫਿਰ ਇਹ ਬੰਦੇ ਨੂੰ ਗਦਾਰ ਦੱਸ ਦਿੱਤਾ ਗਿਆ ਤੇ ਖਾਨ ਦੌਰੇ ਨੂੰ ਸਹੀ ਮੰਨ ਲਿਆ। ਤੇ ਇਸ ਨਜਾਬਤ ਦੇ ਵਿੱਚ ਜੰਗ ਦਾ ਜਿਹੜਾ ਮੇਨ ਕਾਰਨ ਦੱਸਿਆ ਗਿਆ ਨਾ, ਕਲ ਤੇ ਨਾਰਦ ਨੂੰ ਦੱਸਿਆ ਗਿਆ, ਜੋ ਕਿ ਇਸ ਬੰਦੇ ਨੇ ਕਾਲਪਨਿਕ ਘੜੇ ਸੀਗੇ। ਠੀਕ ਹੈ, ਕਲ ਤੇ ਨਾਰਦ ਦਾ ਜ਼ਿਕਰ ਇਸ ਦੇ ਵਿੱਚ ਆਉਂਦਾ ਹੈ। ਹੁਣ ਦੇਖੋ ਕਲ ਤੇ ਨਾਰਦ ਹੁੰਦੇ ਕੀ ਆ, ਕੌਣ ਸੀਗੇ ਇਹ ਕਲ ਤੇ ਨਾਰਦ, ਆਪਾਂ ਇਹਨਾਂ ਦੇ ਬਾਰੇ ਵੀ ਸਮਝਦੇ ਹਾਂ। ਕਲ ਹੈਗਾ ਜਿਹੜਾ ਫੀਮੇਲ ਹੈ ਤੇ ਨਾਰਦ ਹੈ ਜਿਹੜਾ ਮੇਲ ਹੈ। ਹੁਣ ਇਹ ਪਤੀ ਪਤਨੀ ਸੀਗੇ ਦੋਨੋਂ, ਇੱਦਾਂ ਮਤਲਬ ਕਿ ਇੱਕ ਕਲਪਨਾ ਬਣਾਈ ਹੈ ਬੰਦੇ ਨੇ ਜਦੋਂ ਇਹ ਬਾਹਰ ਲਿਖੀ ਹੈ। ਹੁਣ ਇਹਦੇ ਵਿੱਚ ਮਤਲਬ ਇਹ ਦੋਨੋਂ ਪਤੀ ਪਤਨੀ ਸੀ। ਜਿੱਦਾਂ ਆਪਾਂ ਰਾਮਾਇਣ ਮਹਾਭਾਰਤ ਦੇਖਦੇ ਹਾਂ, ਉਹਦੇ ਵਿੱਚ ਇੱਕ ਹੁੰਦਾ ਨਾਰਾਇਣ, ਮਤਲਬ ਉਹ ਜਿਹੜਾ ਕਰੈਕਟਰ ਬਣਾਇਆ ਹੁੰਦਾ ਹੈ, ਉਹ ਕਰੈਕਟਰ ਇਸ ਦੇ ਵਿੱਚ ਬਣਾਇਆ। ਤਾਂ ਉਹਦਾ ਕੰਮ ਕੀ ਹੁੰਦਾ, ਜਦੋਂ ਰਾਮਾਇਣ ਮਹਾਭਾਰਤ ਦੇ ਵਿੱਚ ਦੇਖਦੇ ਹਾਂ, ਕਿਸੇ ਦੀ ਗੱਲ ਕਿਸੇ ਕੋਲ ਕਰਤੀ, ਕਿਸੇ ਦੀ ਗੱਲ ਕਿਸੇ ਕੋਲ। ਤਾਂ ਇਹਦੇ ਵਿੱਚ ਵੀ ਉਹ ਬੰਦੇ ਨੇ ਇੱਦਾਂ ਹੀ ਗੱਲ ਕੀਤੀ ਗਈ ਹੈ ਕਿ ਜਿਹੜੀ ਮਤਲਬ ਕਿ ਕਲ ਸੀ, ਜਿਹੜੀ ਪਤਨੀ ਸੀ, ਉਹ ਨਾਦਰ ਸ਼ਾਹ ਨੂੰ ਭੜਕਾਉਂਦੀ ਸੀ ਤੇ ਜਿਹੜਾ ਨਾਰਦ ਸੀਗਾ ਉਹ ਮੁਹੰਮਦ ਸ਼ਾਹ ਰੰਗੀਲਾ ਨੂੰ ਭੜਕਾਉਂਦਾ ਸੀ। ਇੱਕ ਦੂਜੇ ਨੂੰ ਭੜਕਾ ਕੇ ਯਾਨੀ ਕਿ ਉਹ ਮਤਲਬ ਕਿ ਲੜਾਈ ਕਰਵਾਤੀ। ਇਦਾਂ ਦ੍ਰਿਸ਼ਟਾਂਤ ਦੇ ਤੌਰ ਦੇ ਉੱਤੇ ਉਸ ਬੰਦੇ ਨੇ ਪੇਸ਼ ਕੀਤਾ ਇਸ ਪੱਖ ਨੂੰ। ਠੀਕ ਹੈ, ਬਾਕੀ ਮੇਨ ਗੱਲ ਇੱਥੇ ਇਹ ਸੀਗੀ ਕਿ ਇਹਨੂੰ ਜਦੋਂ ਵਾਰ ਸ਼ੁਰੂ ਹੋਣ ਤੋਂ ਪਹਿਲਾਂ ਇਹਨਾਂ ਦੀ ਲੜਾਈ ਦਿਖਾਤੀ। ਠੀਕ ਹੈ, ਦੇਖੋ ਯਾਨੀ ਕਿ ਇੱਥੇ ਆਪਾਂ ਦੇਖਦੇ ਹਾਂ ਵਾਰ ਦੀ, ਜਦੋਂ ਆਪਾਂ ਇੱਥੇ ਦੇਖਦੇ ਹਾਂ ਕਿ ਵਾਰ ਦੀ ਜਿਹੜੀ ਤਰਤੀਬ ਹੈ ਉਹਦੇ ਵਿੱਚ ਇਹਨਾਂ ਦੀ ਲੜਾਈ ਦਿਖਾਈ ਗਈ ਹੈ। ਤਾਂ ਇੱਥੇ ਦੇਖੋ, ਇੱਥੇ ਜਿਹੜੀ ਵਾਰ ਦੀ ਤਰਤੀਬ ਹੈ ਸਟਾਰਟਿੰਗ ਦੇ ਵਿੱਚ ਹੀ ਲਗਭਗ ਆਪਾਂ ਨੂੰ, ਠੀਕ ਹੈ, ਮੰਗਲਾਚਰਨ ਤੋਂ ਬਾਅਦ ਕਲ ਤੇ ਨਾਰਦ ਦਾ ਜ਼ਿਕਰ ਆਉਂਦਾ। ਇੱਥੇ ਇਹਨਾਂ ਦੀ ਲੜਾਈ ਦਿਖਾਤੀ। ਹੁਣ ਦੇਖੋ ਜਿੱਦਾਂ ਆਪਾਂ ਕਹਿੰਦੇ ਆ ਕਿ ਯਾਰ ਬਿੱਲੀ ਰੋ ਰਹੀ ਹੈ ਜਾਂ ਕੁੱਤਾ ਰੋ ਰਿਹਾ ਵੀ ਯਾਰ ਕੋਈ ਨਾ ਕੋਈ ਮਾੜੀ ਗੱਲ ਹੋਣ ਵਾਲੀ ਹੈ, ਤਾਂ ਇਹ ਚੀਜ਼ ਇਸ ਬੰਦੇ ਨੇ ਪੇਸ਼ ਕੀਤੀ ਇਹਦੇ ਵਿੱਚ ਸਟਾਰਟਿੰਗ ਦੇ ਵਿੱਚ। ਜਾਂ ਫਿਲਮਾਂ ਦੇ ਵਿੱਚ ਹੁੰਦਾ ਹੈ ਕਿ ਯਾਰ ਕੋਈ ਕਾਂਡ ਹੋਣ ਵਾਲਾ, ਕੋਈ ਲੜਾਈ ਜਾਂ ਕੁਛ, ਤਾਂ ਪਹਿਲੀ ਬੱਦਲ ਦਿਖਾ ਦਿੰਦੇ ਆ, ਕੁਛ ਨਾ ਕੁਛ ਇੱਦਾਂ ਇਹ ਬੰਦੇ ਨੇ ਇਹ ਚੀਜ਼ ਨੂੰ ਪੇਸ਼ ਕੀਤਾ। ਇਹਦੇ ਵਿੱਚ ਇੱਦਾਂ ਹੀ ਇਹਨਾਂ ਦਾ ਲੜਾਈ ਦਿਖਾਤੀ, ਜਾਂ ਜਿੱਦਾਂ ਆਪਾਂ ਕਹਿੰਦੇ ਹਾਂ ਕਿ ਸੋਹਣੀ ਖੜੀ ਕਰਕੇ ਰੱਖਤੀ, ਤਾਂ ਸਮਝ ਲਓ ਕਿ ਯਾਰ ਕੁਛ ਨਾ ਕੁਛ ਹੋਣ ਵਾਲਾ ਹੈ। ਇਹ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ। ਇਹ ਬੰਦੇ ਨੇ ਜਾਣੀ ਕਿ ਮਤਲਬ ਮੁਹਾਵਰੇਦਾਰ ਜਾਂ ਆਪਾਂ ਕਹਿੰਦੇ ਹਾਂ ਦ੍ਰਿਸ਼ਟਾਂਤ ਦੇ ਕੇ ਗੱਲ ਕੀਤੀ ਹੈ, ਪਰ ਇਹ ਗੱਲ ਅਸਲ ਦੇ ਵਿੱਚ ਤਾਂ ਕੋਈ ਨਹੀਂ ਸੀਗਾ ਨਾਰਦ। ਤਾਂ ਇਹ ਆਪਾਂ ਇਹਨਾਂ ਨੂੰ ਮਿਥਿਹਾਸਕ ਪਾਤਰ ਮੰਨ ਲੈਂਦੇ ਹਾਂ। ਠੀਕ ਹੈ, ਉਸ ਤੋਂ ਬਾਅਦ ਮੁਹੰਮਦ ਸ਼ਾਹ ਰੰਗੀਲਾ ਤੇ ਨਾਦਰ ਸ਼ਾਹ ਦੀ ਟੱਕਰ ਹੁੰਦੀ ਹੈ ਤੇ ਇਸ ਵਾਰ ਦੇ ਵਿੱਚ ਸਾਵਣ ਯਾਨੀ ਕਿ ਸੌਣ ਜਿਹੜਾ ਆਪਾਂ ਮਹੀਨਾ ਕਹਿੰਦੇ ਆ ਤੇ ਭਾਦੋ, ਸੌਣ ਭਾਦੋ ਦੇਸੀ ਮਹੀਨਿਆਂ ਦਾ ਜ਼ਿਕਰ ਕੀਤਾ। ਇਹ ਪੁੱਛ ਲਿਆ ਜਾਂਦਾ ਹੈ ਕਿ ਕਿਹੜੀ ਵਾਰ ਦੇ ਵਿੱਚ ਸੌਣ ਭਾਦੋ ਮਹੀਨਿਆਂ ਦਾ ਜ਼ਿਕਰ ਕੀਤਾ, ਤਾਂ ਇਹ ਵੀ ਤੁਸੀਂ ਯਾਦ ਰੱਖਿਓ। ਬਾਕੀ ਜਿਹੜੀਆਂ ਗੱਲਾਂ ਆਪਾਂ ਨੇ ਕਰੀਆਂ ਨੇ ਉਹ ਵੀ ਤੁਸੀਂ ਯਾਦ ਰੱਖਿਓ। ਹੁਣ ਦੇਖੋ ਵਾਰ ਦੀ ਜਿਹੜੀ ਆਪਾਂ ਨੇ ਗੱਲ ਕੀਤੀ ਹੈ ਉਹਦੇ ਵਿੱਚ ਪਹਿਲਾਂ ਮੰਗਲਾਚਰਨ ਆਉਂਦਾ, ਉਸ ਤੋਂ ਬਾਅਦ ਸ਼ੰਕਾ ਪੱਖ ਆਉਂਦਾ। ਸ਼ੰਕਾ ਯਾਨੀ ਕਿ ਮਤਲਬ ਕਿ ਕਾਰਨ ਪੇਸ਼ ਕੀਤਾ ਜਾਂਦਾ ਹੈ ਕਿ ਲੜਾਈ ਕਿਉਂ ਹੋਈ ਹੈ, ਤਾਂ ਇਹ ਚੀਜ਼ਾਂ ਉਸ ਦੇ ਵਿੱਚ ਸ਼ੰਕਾ ਪੱਖ ਦੇ ਵਿੱਚ ਆਉਂਦੀਆਂ ਨੇ। ਉਸ ਤੋਂ ਬਾਅਦ ਇੱਕ ਸੰਘਰਸ਼ ਪੱਖ ਆਉਂਦਾ ਜਿਹੜਾ ਕੇਂਦਰੀ ਭਾਵ ਹੁੰਦਾ, ਤਾਂ ਇਹ ਹੁੰਦਾ ਕਿ ਇਹਦੇ ਵਾਰ ਦੇ ਵਿੱਚ ਆਉਂਦਾ 34ਵੀਂ ਤੋਂ 38ਵੀਂ ਕਾਂਡ ਤੱਕ। ਤਾਂ ਇਹਦੇ ਵਿੱਚ ਕਾਬਲ ਤੋਂ ਲੈ ਕੇ, ਕਾਬਲ ਕੰਧਾਰ ਤੋਂ ਲੈ ਕੇ ਕਰਨਾਲ ਤੱਕ ਦੀ ਜਿਹੜੀ ਲੜਾਈ ਹੈ 38ਵੀਂ ਕਾਂਡ ਤੱਕ, ਇਹ ਕਤਲੇਆਮ ਸਾਰਾ ਕੁਝ ਇਸ ਦੇ ਵਿੱਚ ਦਿਖਾਇਆ ਜਾਂਦਾ, ਲੜਾਈ ਦਾ ਵਰਣਨ ਕੀਤਾ ਜਾਂਦਾ। ਉਸ ਤੋਂ ਬਾਅਦ ਜਿਹੜਾ ਦਿੱਲੀ ਦੇ ਵਿੱਚ ਕਤਲੇਆਮ ਕੀਤਾ ਉਹ ਇਸ ਦੇ ਵਿੱਚ ਅਣਹੋਂਦ ਹੈ, ਇਹ ਆਪਾਂ ਨੂੰ ਇਸ ਦੇ ਵਿੱਚ ਨਹੀਂ ਦਿਖਾਇਆ ਗਿਆ, ਯਾਨੀ ਕਿ ਪਹਿਲੀ ਲਾਈਟ ਚਲੀ ਗਈ, ਉਹ ਆਪਾਂ ਨਹੀਂ ਦੇਖ ਸਕੇ। ਇਹ ਚੀਜ਼ ਤੁਸੀਂ ਸਮਝ ਗਏ। ਉਸ ਤੋਂ ਬਾਅਦ ਫਿਰ ਨਾਦਰ ਸ਼ਾਹ ਨੇ ਇਕੱਲਾ ਇਹ ਨਹੀਂ ਲੁੱਟਿਆ, ਉਸ ਤੋਂ ਪਹਿਲਾਂ ਅਟਕ ਤੇ ਹਮਲਾ ਕਰਨ ਤੋਂ ਪਹਿਲਾਂ ਉਸ ਬੰਦੇ ਨੇ ਕੀ ਕੀਤਾ, ਖਟਕ, ਘੇਬੇ ਤੇ ਗੈਖੜੇ, ਇਹ ਭੈਣੀ ਵਰਗੇ ਜਿਹੜੇ ਇਹ ਸਾਰੇ ਕਬੀਲੇ ਸੀ, ਇਹਨਾਂ ਨੂੰ ਵੀ ਲੁੱਟ ਕੇ ਲੈ ਕੇ ਆਇਆ ਸੀ ਉਹ ਬੰਦਾ।
मतलब कि लुटना उसका काम सीगा, वो बंदा हर एक चीज़ लुट रहा सी। ਇਹਦੇ ਵਿੱਚ ਜੇਕਰ ਪਾਤਰਾਂ ਦੀ ਆਪਾਂ ਗੱਲ ਕਰੀਏ ਤਾਂ ਪਾਤਰਾਂ ਦੀ ਗੱਲ ਕਰੀਏ ਇਹਦੇ ਵਿੱਚ ਨਿਜਮਲ ਮੁਲਕ ਦੇਖਣ ਨੂੰ ਮਿਲੇ। ਆਪਾਂ ਨੇ ਗੱਲ ਕੀਤੀ ਹੈ ਮੇਨ ਲੜਾਈ ਦਾ ਕਾਰਨ ਤਾਂ ਉਹੀ ਸੀ, ਨਾਰਦ ਉਹਨੇ ਤਾਂ ਮਚਾਇਆ ਬੰਦੇ ਨੇ, ਠੀਕ ਹੈ। ਉਸ ਤੋਂ ਬਾਅਦ ਸ਼ਾਹਬਾਜ਼ ਸੀਗਾ, ਨਾਸਿਰ ਖਾਨ, ਜ਼ਕਰੀਆ ਖਾਨ, ਮੁਸ਼ਰਫ ਸੀਗਾ, ਕਮਰੂਦੀਨ ਸੀ, ਸੈयद ਭਰਾ ਸੀਗਾ, ਤੇ ਉਸ ਤੋਂ ਬਾਅਦ ਖਾਨ ਦੌਰਾ, ਨਾਦਰ ਸ਼ਾਹ, ਮੁਹੰਮਦ ਸ਼ਾਹ ਰੰਗੀਲਾ। ਇਹ ਸਾਰੇ ਬੰਦੇ ਇਸ ਦੇ ਵਿੱਚ ਇਤਿਹਾਸਕ ਪਾਤਰ ਸੀ ਤੇ ਕੁਝ ਕੁ ਬੰਦੇ ਇਸ ਬੰਦੇ ਨੇ ਮਿਥਿਹਾਸਕ ਪਾਤਰ ਵੀ ਪੇਸ਼ ਕੀਤੇ ਆ। ਹੁਣ ਦੇਖੋ ਮਤਲਬ ਕਿ ਦ੍ਰਿਸ਼ਟਾਂਤ ਦੇਣ ਦੇ ਲਈ ਉਹਨਾਂ ਨੂੰ ਵਰਤੇ। ਕੌਰਵਾਂ ਦੀ ਗੱਲ ਕੀਤੀ ਹੈ, ਕੌਰਵ ਪਾਂਡਵ ਜਿਹੜੇ ਹੁੰਦੇ ਆ, ਤੇ ਉਸ ਤੋਂ ਬਾਅਦ ਕਲ ਦੀ ਗੱਲ ਕੀਤੀ ਹੈ, ਨਾਰਦ ਦੀ। ਕਲ ਤੇ ਨਾਰਦ ਪਤੀ ਪਤਨੀ ਦਿਖਾਏ ਹੁੰਦੇ ਆ। ਉਸ ਤੋਂ ਬਾਅਦ ਫਿਰ ਲਛਮਣ ਦੀ, ਹਜ਼ਰਤ ਦੀ, ਮੂਸਾ ਤੇ ਹਜ਼ਰਤ ਇਬਰਾਹਿਮ ਦੀ, ਸਿਕੰਦਰ। ਇਹ ਸਾਰੇ ਜਿਹੜੇ ਮਿਥਿਹਾਸਕ ਪਾਤਰ ਇਸ ਦੇ ਵਿੱਚ ਪੇਸ਼ ਕੀਤੇ ਆ। ਤਾਂ ਹੁਣ ਦੇਖੋ ਆਪਾਂ ਨੇ ਵਾਰ ਸਮਝੀ ਹੈ, ਠੀਕ ਹੈ। ਅੱਗੇ ਇਸ ਦੇ ਵਿੱਚ ਹੋਰ ਵੀ ਬਹੁਤ ਕੁਝ ਪਿਆ ਹੈ ਕਿ ਇਹ ਕਿੱਥੋਂ ਲਈ ਗਈ ਹੈ, ਕਿਹੜੀਆਂ ਸਤਰਾਂ ਸੀਗੀਆਂ। ਤਾਂ ਇੱਕ ਇਨਫੋਰਮੇਸ਼ਨ ਦੇਖੋ, ਆਪਾਂ ਕੋਈ ਵੀ ਵਾਰ ਪੜ੍ਹਦੇ ਹਾਂ ਜਾਂ ਕੋਈ ਵੀ ਆਪਾਂ ਪੇਪਰ ਕਲੀਅਰ ਕਰਨ ਦੇ ਲਈ ਕੁਝ ਪੜ੍ਹਦੇ ਹਾਂ, ਪੜ੍ਹਨ ਦੇ ਨਾਲ ਪੇਪਰ ਕਲੀਅਰ ਕਰਨ ਦੇ ਨਾਲ ਸਾਡੇ ਕੋਲ ਨੌਲੇਜ ਵੀ ਹੋਣੀ ਚਾਹੀਦੀ ਹੈ ਕਿ ਆਪਾਂ ਕਲਾਸ ਦੇ ਵਿੱਚ ਪੜ੍ਹਾਉਣਾ ਕਿਸ ਤਰ੍ਹਾਂ ਹੈ, ਪਰਫਾਰਮ ਕਿਸ ਤਰ੍ਹਾਂ ਕਰਨਾ ਹੈ। ਤਾਂ ਇਹ ਗੱਲਾਂ ਆਪਾਂ ਇੱਦਾਂ ਹੀ ਸਿੱਖ ਸਕਦੇ ਹਾਂ ਜੇਕਰ ਆਪਾਂ ਕਿਸੇ ਨੂੰ ਫੋਲੋ ਕਰਾਂਗੇ ਜਾਂ ਕਿੱਥੋਂ ਵੀ ਪੜ੍ਹਾਂਗੇ, ਠੀਕ ਹੈ। ਤਾਂ ਇਹ ਗੱਲਾਂ ਤੁਹਾਨੂੰ ਆਪਣੇ ਬੈਚ ਦੇ ਵਿੱਚ ਦੇਖਣ ਨੂੰ ਮਿਲਣਗੀਆਂ। ਆਪਾਂ ਸਾਰਾ ਕੁਝ ਪੇਪਰ ਤਾਂ ਆਪਾਂ ਕਲੀਅਰ ਕਰ ਹੀ ਲੈਣਾ ਹੈ, ਠੀਕ ਹੈ। ਆਪਾਂ ਇੰਨਾ ਡੀਪਲੀ ਪੜ੍ਹਾ ਰਹੇ ਹਾਂ ਕਿ ਇਸ ਤੋਂ ਬਾਹਰ ਪੇਪਰ ਆ ਹੀ ਨਹੀਂ ਸਕਦਾ। ਤਾਂ ਦੇਖੋ ਮੇਨ ਗੱਲ ਇੱਥੇ ਕੀ ਹੋਏਗੀ ਕਿ ਜੇਕਰ ਆਪਾਂ ਡੀਪਲੀ ਪੜ੍ਹਾ ਰਹੇ ਹਾਂ ਤਾਂ ਤੁਸੀਂ ਕਲਾਸ ਦੇ ਵਿੱਚ ਵੀ ਬੱਚਿਆਂ ਨੂੰ ਜਾ ਕੇ ਹੋਰ ਬੈਟਰ ਪੜ੍ਹਾ ਸਕੋਗੇ। ਇਹ ਚੀਜ਼ ਤੁਹਾਡੇ ਕੋਲ ਹੋਣੀ ਬਹੁਤ ਜ਼ਰੂਰੀ ਹੈ। ਤਾਂ ਦੇਖੋ ਇੱਕ ਬੈਚ ਜਿਹੜਾ ਆਪਾਂ ਤੁਹਾਡੇ ਲਈ ਇਹ ਬਣਾਇਆ ਹੈਗਾ, ਇਹ ਬੈਚ ਦੇ ਵਿੱਚ ਜਦੋਂ ਤੁਸੀਂ ਪੜ੍ਹੋਗੇ, ਠੀਕ ਹੈ, ਇਹ ਬੈਚ ਤੁਸੀਂ ਲਓਗੇ, ਇਹ ਬੈਚ ਦੀ ਫੀਸ ਬਹੁਤ ਘੱਟ ਆਪਾਂ ਨੇ ਰੱਖੀ ਹੈ, ਕੋਈ ਜ਼ਿਆਦਾ ਨਹੀਂ ਹੈ। ਹੁਣ ਜੇਕਰ ਮੰਨ ਲਓ ਤੁਸੀਂ ਕਿਤਾਬਾਂ ਲੈ ਕੇ ਵੀ ਪੜ੍ਹਦੇ ਹੋ, ਹਰਿਆਣਾ ਬੋਰਡ ਦੀਆਂ ਮੰਨ ਲਓ ਤੁਸੀਂ ਕਿਤਾਬਾਂ ਲੈ ਲੈਂਦੇ ਹੋ, ਲਗਭਗ 1000 ਰੁਪਏ ਦੇ ਵਿੱਚ ਇੱਕ ਬੋਰਡ ਦੀਆਂ ਤੁਹਾਨੂੰ ਕਿਤਾਬਾਂ ਪੈਂਦੀਆਂ ਨੇ। ਉਸ ਤੋਂ ਬਾਅਦ ਫਿਰ ਤੁਸੀਂ ਅੱਗੇ ਮੰਨ ਲਓ ਸੈਂਟਰਲ ਬੋਰਡ ਦੀਆਂ CBSE ਦੀਆਂ ਲੈਂਦੇ ਹੋ, 1000 ਦੀਆਂ ਉਹ ਪੈਂਦੀਆਂ ਨੇ, ਠੀਕ ਹੈ। ਉਸੇ ਤਰ੍ਹਾਂ ਫਿਰ ਤੁਸੀਂ ਇੱਥੋਂ ਤੱਕ ਤਾਂ ਰਹੋਗੇ ਨਹੀਂ, 3-4 ਹਜ਼ਾਰ ਰੁਪਏ ਦੀਆਂ ਲਗਭਗ ਤੁਹਾਨੂੰ ਮਟੀਰੀਅਲ, ਫਿਰ ਯੂਨੀਵਰਸਿਟੀ ਦੀਆਂ ਵੀ ਲੈਣੀਆਂ ਪੈਣੀਆਂ ਬੋਰਡਾਂ ਤੋਂ ਬਾਅਦ। ਤਾਂ ਇਸ ਤਰ੍ਹਾਂ ਤੁਹਾਡਾ ਮੰਨ ਲਓ ਖਰਚਾ ਬਹੁਤ ਹੋ ਜਾਣਾ ਜੇਕਰ ਤੁਸੀਂ ਕਿਤਾਬਾਂ ਤੋਂ ਪੜ੍ਹੋਗੇ। ਬਾਕੀ ਮੇਨ ਗੱਲ, ਕਿਤਾਬ ਆਪ ਬੋਲ ਕੇ ਤਾਂ ਤੁਹਾਨੂੰ ਪੜ੍ਹਾਏਗੀ ਨਹੀਂ, ਪੜ੍ਹਨਾ ਤਾਂ ਤੁਹਾਨੂੰ ਆਪ ਪਏਗਾ। ਪਰ ਆਪਾਂ ਜੋ ਤੁਹਾਨੂੰ ਬੈਚ ਦੇ ਵਿੱਚ ਪੜ੍ਹਾ ਰਹੇ ਹਾਂ, ਬੋਲ ਕੇ ਤਾਂ ਪੜ੍ਹਾ ਰਹੇ ਹਾਂ, ਠੀਕ ਹੈ। ਸਾਰੇ ਬੋਰਡਾਂ ਦੀਆਂ, ਹਰਿਆਣਾ ਬੋਰਡ ਤੋਂ ਵੀ ਆਪਾਂ ਕੰਟੈਂਟ ਲੈ ਰਹੇ ਹਾਂ, CBSE ਤੋਂ, ਪੰਜਾਬ ਬੋਰਡ ਤੋਂ, ਸਾਰੀਆਂ ਯੂਨੀਵਰਸਿਟੀਆਂ ਨੂੰ ਕਵਰ ਕਰ ਰਹੇ ਹਾਂ। ਮਤਲਬ ਕਿ ਜਿੱਦਾਂ ਵੀ ਹੋਏਗਾ ਆਪਾਂ ਸਾਰਾ ਹਰਿਆਣਾ ਬੋਰਡ ਦਾ ਵੀ ਮਟੀਰੀਅਲ ਹੈ ਕਿ ਜਿਹੜਾ ਲੈ ਕੇ ਚੱਲੇ ਹੋਏ ਆ। ਤਾਂ ਇੱਥੇ ਤੁਸੀਂ ਇਹ ਨਹੀਂ ਸਮਝਣਾ ਕਿ ਆਪਾਂ ਹਰਿਆਣਾ ਬੋਰਡ ਨਹੀਂ ਪੜ੍ਹਾ ਰਹੇ, ਹਰਿਆਣਾ ਬੋਰਡ ਦੀਆਂ ਵੀ ਤੁਹਾਨੂੰ ਕਲਾਸਾਂ ਮਿਲ ਰਹੀਆਂ ਨੇ, ਆਪਾਂ ਉਹਨਾਂ ਦੇ ਵਿੱਚੋਂ ਵੀ ਹਵਾਲੇ ਲੈ ਕੇ ਪੜ੍ਹਾ ਰਹੇ ਹਾਂ। ਮੇਨ ਗੱਲ, ਤੁਹਾਨੂੰ ਇੰਨੀਆਂ ਮੋਟੀਆਂ ਕਿਤਾਬਾਂ ਹੁੰਦੀਆਂ ਨੇ ਉਹ ਪੜ੍ਹਨੀਆਂ ਪੈਣਗੀਆਂ, ਪੇਪਰ ਨਜ਼ਦੀਕ ਹੈ। ਬਾਕੀ ਤੁਸੀਂ ਖਰਚਾ ਵੀ ਇਸ ਤੋਂ ਜ਼ਿਆਦਾ ਹੋ ਜਾਏਗਾ। ਬਾਕੀ ਕਿਤਾਬ ਆਪਣਾ ਐਕਸਪੀਰੀਅੰਸ ਤਾਂ ਤੁਹਾਨੂੰ ਨਹੀਂ ਦੱਸੇਗੀ, ਪਰ ਅਸੀਂ ਤੁਹਾਡੇ ਨਾਲ ਐਕਸਪੀਰੀਅੰਸ ਵੀ ਸ਼ੇਅਰ ਕਰ ਰਹੇ ਹਾਂ। ਇਹ ਸਾਰਾ ਕੁਝ ਤੁਹਾਨੂੰ ਕੋਈ ਜ਼ਿਆਦਾ ਕੋਸਟਲੀ ਨਹੀਂ ਪਏਗਾ। ਤਾਂ ਤੁਹਾਨੂੰ ਇਹ ਬੈਚ ਆਪਣਾ ਲੈ ਲੈਣਾ ਚਾਹੀਦਾ, ਕੋਈ ਜ਼ਿਆਦਾ ਇਸ ਦੀ ਫੀਸ ਨਹੀਂ ਹੈ। ਪਰ ਜੇਕਰ ਤੁਸੀਂ ਬੋਰਡ ਦੀਆਂ ਕਿਤਾਬਾਂ ਲੈਂਦੇ ਹੋ, ਕਿਤਾਬਾਂ ਤੁਹਾਨੂੰ ਇਸ ਤੋਂ ਡਬਲ ਰੇਟ ਦੇ ਵਿੱਚ ਪੈਣਗੀਆਂ। ਮੇਨ ਗੱਲ ਕਿ ਕਿਤਾਬ ਤੁਹਾਨੂੰ ਬੋਲ ਕੇ ਤਾਂ ਨਹੀਂ ਸੁਣਾਏਗੀ, ਪੜ੍ਹਨਾ ਤਾਂ ਤੁਹਾਨੂੰ ਆਪ ਪਏਗਾ। ਪਰ ਇੱਥੇ ਇਹ ਗੱਲ ਹੈ ਕਿ ਆਪਾਂ ਤੁਹਾਨੂੰ ਬੋਲ ਕੇ ਜ਼ਰੂਰ ਸੁਣਾਵਾਂਗੇ, ਨਾਲ ਤੁਹਾਡੇ ਸਾਹਮਣੇ ਜਿਹੜਾ ਵੀ ਆਪਾਂ ਮੰਨ ਲਓ ਕੋਈ ਅੱਜ ਦੇ ਸਿੰਗਰ ਦੀ ਕਹਿੰਦੇ ਆ ਕਿ ਜੇਕਰ ਆਪਾਂ ਨੇ ਸਾਹਿਤ ਪੜ੍ਹਨਾ ਹੈ ਜਾਂ ਇਤਿਹਾਸ ਪੜ੍ਹਨਾ ਤਾਂ ਉਸ ਨੂੰ ਅੱਜ ਦੇ ਨਾਲ ਜੋੜ ਕੇ ਪੜ੍ਹਨਾ ਪਵੇਗਾ। ਤਾਂ ਕਿਤਾਬ ਦੇ ਵਿੱਚ ਤੁਹਾਨੂੰ ਕਿਤੇ ਨਾ ਤਾਂ ਮੂਸੇ ਵਾਲੇ ਦੀਆਂ ਉਦਾਹਰਨਾਂ ਦਿੱਤੀਆਂ ਜਾਣਗੀਆਂ ਜੋ ਆਪਾਂ, ਨਾ ਤੁਹਾਨੂੰ ਜਿੱਦਾਂ ਆਪਾਂ ਨੇ ਫਿਲਮ ਦੀ ਗੱਲ ਕਰਕੇ ਇੱਥੇ ਮਸਤਾਨੇ ਫਿਲਮ ਦੀ ਗੱਲ ਕਰਕੇ ਸਮਝਾਇਆ, ਇਹ ਗੱਲਾਂ ਤੁਹਾਨੂੰ ਕਿਤਾਬਾਂ ਦੇ ਵਿੱਚ ਨਹੀਂ ਦੇਖਣ ਨੂੰ ਮਿਲ ਸਕਦੀਆਂ। ਇਹ ਐਕਸਪੀਰੀਅੰਸ ਤੁਹਾਡੇ ਲਈ ਆਪਾਂ ਸ਼ੇਅਰ ਕਰਦੇ ਹਾਂ। ਪਰ ਜੇਕਰ ਤੁਸੀਂ ਲੈਣਾ ਚਾਹੋ ਬੈਚ ਤਾਂ ਤੁਹਾਡੇ ਲਈ ਕੋਈ ਕੋਸਟਲੀ ਨਹੀਂ ਹੈ, ਤਾਂ ਤੁਹਾਨੂੰ ਲੈ ਲੈਣਾ ਚਾਹੀਦਾ ਹੈ। ਬੈਚ ਦੇ ਵਿੱਚ ਜਦੋਂ ਤੁਸੀਂ ਚਲੇ ਜਾਂਦੇ ਹੋ, ਇੱਥੇ ਤੁਹਾਨੂੰ ਫਰੀ ਦੇ ਵਿੱਚ ਮੌਕ ਟੈਸਟ ਦੇਖਣ ਨੂੰ ਮਿਲਦੇ ਆ। ਜਿਨ੍ਹਾਂ ਨੇ ਜੁਆਇਨ ਨਹੀਂ ਕੀਤਾ ਉਹ ਵੀ ਇੱਕ ਵਾਰ ਮੌਕ ਟੈਸਟ ਲਗਾ ਕੇ ਜ਼ਰੂਰ ਦੇਖੋ, ਡੈਮੋ ਕਲਾਸਾਂ ਮਿਲ ਜਾਣਗੀਆਂ। ਸੈਟੀਸਫਾਈ ਹੁੰਦੇ ਹੋ ਤਾਂ ਲੈ ਲਓ, ਠੀਕ ਹੈ। ਤਾਂ ਉਸੇ ਤਰ੍ਹਾਂ ਸਿਲੇਬਸ ਦੇ ਵਿੱਚ ਬਾਰ ਲਿਖਿਆ ਹੋਇਆ, ਬਾਰ ਦਾ ਫੋਲਡਰ ਬਣਾਤਾ, ਕਿੱਸਾ ਬਣਿਆ ਹੋਇਆ, ਕਿੱਸੇ ਦਾ, ਸਾਹਿਤ ਦਾ, ਇਹ ਫੋਲਡਰ ਬਣੇ ਹੋਏ ਆ। ਮੰਨ ਲਓ ਤੁਸੀਂ ਬਾਰ ਦੇ ਉੱਤੇ ਕਲਿੱਕ ਕਰ ਦਿੰਦੇ ਹੋ ਤਾਂ ਇੱਥੇ 3 ਫੋਲਡਰ ਇਸ ਦੇ ਵਿੱਚ ਆ ਜਾਣਗੇ। ਪਹਿਲੇ ਫੋਲਡਰ ਦੇ ਵਿੱਚ ਤੁਹਾਨੂੰ ਲੈਕਚਰ ਮਿਲਣਗੇ, ਠੀਕ ਹੈ, ਜਿਹੜੀਆਂ ਵੀ ਆਪਾਂ ਕਲਾਸਾਂ ਤੁਹਾਡੇ ਲਈ ਬਣਾਉਂਦੇ ਹਾਂ। ਉਸ ਤੋਂ ਬਾਅਦ ਫਿਰ ਸਟੱਡੀ ਮਟੀਰੀਅਲ, PDF ਜਿਹੜੀ ਮੰਨ ਲਓ ਇਹ PDF ਤੋਂ ਜਿਹੜੀ ਤੋਂ ਪੜ੍ਹਾ ਰਹੇ ਹਾਂ, ਇਹ PDF ਆਪਾਂ ਇਸ ਫੋਲਡਰ ਦੇ ਵਿੱਚ ਅਪਲੋਡ ਕਰ ਦਾਂਗੇ। ਤਾਂ ਉਸ ਤੋਂ ਬਾਅਦ ਟੈਸਟ ਜਿਹੜੇ ਆਪਾਂ ਤੁਹਾਡੇ ਤੋਂ ਲੈ ਰਹੇ ਹਾਂ, ਇਹ ਸਾਰਾ ਕੁਝ ਤੁਹਾਨੂੰ ਦੇਖਣ ਨੂੰ ਮਿਲਦਾ ਹੈ। ਮੰਨ ਲਓ ਤੁਸੀਂ ਇੱਥੇ ਲੈਕਚਰ ਵਾਲੇ ਦੇ ਉੱਤੇ ਕਲਿੱਕ ਕਰਤਾ ਤਾਂ ਇਸ ਤਰ੍ਹਾਂ ਲੈਕਚਰ ਤੁਹਾਨੂੰ ਦੇਖਣ ਨੂੰ ਮਿਲਣਗੇ। ਇੱਥੇ ਬੀਰ ਕਾਵਿ ਦਾ ਇਤਿਹਾਸ ਕਰਾਤਾ ਕਿ ਬੀਰ ਕਾਵਿ ਚੱਲਿਆ ਕਿੱਥੋਂ, ਕਾਲ ਵੰਡ, ਸਾਰਾ ਕੁਝ ਇਸ ਦੇ ਵਿੱਚ। ਉਸ ਤੋਂ ਬਾਅਦ ਫਿਰ ਬੀਰ ਕਾਵਿ ਦੇ ਪ੍ਰਮੁੱਖ ਰੂਪ, ਜੰਗ ਸੀਗਾ ਜਿਹੜਾ ਜੰਗਨਾਮਾ ਸੀਗਾ, 12 ਸੀਗੀਆਂ। ਉਸ ਤੋਂ ਬਾਅਦ ਚੰਡੀ ਦੀ ਵਾਰ, ਗੁਰੂ ਗੋਬਿੰਦ ਸਿੰਘ, ਇਹ ਸਾਰੀਆਂ 12 ਦੀਆਂ ਕਲਾਸਾਂ। ਤੇ ਇਸੇ ਤਰ੍ਹਾਂ ਇਸ ਸੇਮ ਨੇਮ ਦੇ ਵਿੱਚ ਤੁਹਾਨੂੰ PDF ਮਿਲ ਜਾਣਗੀਆਂ। ਇਹ ਸਾਰਾ ਕੁਝ ਤੁਹਾਨੂੰ ਕਿਤਾਬ ਦੇ ਵਿੱਚੋਂ
ਹੀ ਆਪਾਂ ਪੜ੍ਹ ਕੇ ਕਰਵਾ ਰਹੇ ਹਾਂ, ਪਰ ਕਿੰਨੀਆਂ ਕਿਤਾਬਾਂ ਪੜ੍ਹ ਰਹੇ ਹਾਂ ਇਹ ਤੁਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ। ਤੇ ਬਾਕੀ ਜਿਹੜਾ ਆਪਣਾ ਐਕਸਪੀਰੀਅੰਸ ਸ਼ੇਅਰ ਕਰ ਰਹੇ ਹਾਂ ਉਹ ਤੁਹਾਨੂੰ ਇਦਾਂ ਨਹੀਂ ਮਿਲੇਗਾ। ਬਾਕੀ ਮੇਨ ਗੱਲ ਇੱਥੇ ਇਹ ਵੀ ਹੈ, ਜਦੋਂ ਤੁਸੀਂ ਪੇਪਰ ਵੀ ਕਲੀਅਰ ਕਰ ਲੈਂਦੇ ਹੋ ਉਸ ਤੋਂ ਬਾਅਦ ਵੀ ਆਪਣਾ ਪੜ੍ਹਾਇਆ ਹੋਇਆ ਤੁਹਾਡੇ ਕੋਲ ਕੰਮ ਆਏਗਾ। ਜਦੋਂ ਤੁਸੀਂ ਬੱਚਿਆਂ ਨੂੰ ਜਾ ਕੇ ਅੱਗੇ ਕਲਾਸਾਂ ਦੇ ਵਿੱਚ ਕਹਾਣੀਆਂ ਸੁਣਾਓਗੇ, ਇਹ ਤੁਹਾਨੂੰ ਕਿਸੇ ਵੀ ਕੀਮਤ ਦੇ ਉੱਤੇ ਨਹੀਂ ਮਿਲਣਗੀਆਂ। ਆਪਾਂ ਨੂੰ ਬੈਟਰ ਪਰਫਾਰਮ ਕਰਨਾ ਵੀ ਆਉਣਾ ਚਾਹੀਦਾ, ਸਿੱਧਾ ਇਕੱਲੀ ਜੌਬ ਲੱਗਣਾ ਹੀ ਆਪਣਾ ਮਕਸਦ ਨਹੀਂ ਹੋਣਾ ਚਾਹੀਦਾ। ਆਪਾਂ ਕੁਝ ਬੈਟਰ ਕਰਨਾ ਅੱਗੇ ਜਾ ਕੇ, ਤਾਂ ਤੁਹਾਨੂੰ ਇਹ ਬੈਚ ਕੋਈ ਜ਼ਿਆਦਾ ਮਹਿੰਗਾ ਨਹੀਂ ਹੋਏਗਾ। ਤਾਂ ਅੱਗੇ ਬਾਰ ਦੇ ਜਦੋਂ ਆਪਾਂ ਸਰੋਤ ਦੇਖ ਦਿੰਦੇ ਹਾਂ, ਇਹ ਬਾਰ ਕਿੱਥੋਂ ਲੈ ਗਈ, ਜਿੱਦਾਂ ਆਪਾਂ ਚੰਡੀ ਦੀ ਵਾਰ ਪੜ੍ਹਦੇ ਹਾਂ, ਠੀਕ ਹੈ ਜੀ, ਚੰਡੀ ਦੀ ਵਾਰ ਦਾ ਸਰੋਤ ਦੇਖਦੇ ਹਾਂ ਆਪਾਂ, ਮਾਰਕੰਡੇ ਪੁਰਾਣ ਸੀ। ਤਾਂ ਇਸ ਵਾਰ ਦਾ ਵੀ ਕੋਈ ਨਾ ਕੋਈ ਸਰੋਤ ਰਿਹਾ ਹੋਵੇਗਾ। ਤਾਂ ਇਹ ਵਾਰ 1892 ਈਸਵੀ ਦੇ ਵਿੱਚ ਲਾਰਡ ਮੈਕਲੋਗਨ ਇੱਕ ਨਾਮ ਦਾ ਬੰਦਾ ਸੀਗਾ, ਉਸਨੇ ਸੁਣੀ। ਠੀਕ ਹੈ, ਕਿਸ ਤੋਂ ਸੁਣੀ ਦੇਖੋ, ਜ਼ਿਲ੍ਹਾ ਗੁਜਰਾਂਵਾਲਿਆਂ ਦੀ ਤਹਿਸੀਲ, ਇੱਥੋਂ ਦੀ ਇੱਕ ਤਹਿਸੀਲ ਸੀਗੀ। ਠੀਕ ਹੈ, ਉੱਥੋਂ ਮਤਲਬ ਕਿ ਇੱਕ ਪਿੰਡ ਪੈਂਦਾ ਸੀਗਾ ਡੋਗਰਾਂ ਦੇ ਵਿੱਚ, ਮਾਂਗਟ ਪਿੰਡ ਦੇ ਵਿੱਚ ਇੱਕ ਮਰਾਸੀ ਰਹਿੰਦਾ ਸੀਗਾ। ਉਸਦੇ ਕੋਲੋਂ ਉਸਨੇ ਕੀ ਕਰਿਆ, 16.5 ਤੁਕਾਂ ਸੁਣ ਲਈਆਂ ਇਸ ਵਾਰ ਦੀਆਂ, ਜਿਹੜੀ ਆਪਾਂ ਵਾਰ ਨਾਦਰ ਸ਼ਾਹ ਦੀ ਵਾਰ ਦੀ ਗੱਲ ਕਰ ਰਹੇ ਹਾਂ। ਜਦੋਂ ਉਸ ਬੰਦੇ ਨੇ 16.5 ਤੁਕਾਂ ਸੁਣੀਆਂ, ਉਹਨੇ ਕਿਹਾ ਕਿਆ ਹੀ ਬਾਤ ਹੈ ਯਾਰ, ਇਹ ਵਾਰ ਪੂਰੀ ਦੀ ਲੈ ਕੇ ਆਓ ਕਿਸੇ ਪਾਸੋਂ। ਠੀਕ ਹੈ, ਮਤਲਬ ਕਿ 16.5 ਤੁਕਾਂ ਸੁਣੀਆਂ, ਕਹਿੰਦਾ ਐਡੀ ਕੁ ਵਾਰ ਨਾਲ ਗੱਲ ਨਹੀਂ ਬਣੇਗੀ ਯਾਰ, ਇਹਨੂੰ ਕੰਪਲੀਟ ਕਰੋ, ਇਸ ਨੂੰ ਕਿਸੇ ਨਾ ਕਿਸੇ ਤਰ੍ਹਾਂ ਹੋਰ ਵੱਡੀ ਕਰੋ। ਤਾਂ ਉਸਨੇ ਇਹ ਸਾਰਾ ਜਿਹੜਾ ਕੰਮ ਸੀਗਾ ਇਸ ਨੂੰ ਪੰਡਿਤ ਹਰੀ ਕ੍ਰਿਸ਼ਨ ਕੌਲ ਨੂੰ ਸੌਂਪਤਾ। ਕਹਿੰਦੇ ਯਾਰ ਤੂੰ ਕੰਮ ਕਰ, ਇਹ ਕੰਮ ਤੂੰ ਕਰ ਸਕਦਾ ਹੈ, ਇਹ ਵਾਰ ਨੂੰ ਕਿਸੇ ਤਰ੍ਹਾਂ ਕੰਪਲੀਟ ਕਰਕੇ ਲੈ ਕੇ ਆ। ਤਾਂ ਉਸਨੇ ਦੋ ਹੋਰ ਮਰਾਸੀਆਂ ਦੇ ਕੋਲੋਂ, ਕਿਹੜੇ ਕਿਹੜੇ ਮਰਾਸੀ ਸੀ, ਜੀਵਨ ਤੇ ਮੁੱਲਾ ਬਖਸ਼ੀ, ਇਹਨਾਂ ਦੀ ਡਿਊਟੀ ਲਾਤੀ, ਯਾਨੀ ਕਿ ਇਹਨਾਂ ਤੋਂ ਸੁਣ ਲਿਆ। ਇਹਨਾਂ ਤੋਂ ਸੁਣ ਕੇ ਇਸ ਬੰਦੇ ਨੇ, ਹਰੀ ਕ੍ਰਿਸ਼ਨ ਕੌਲ ਨੇ 854 ਪੰਕਤੀਆਂ ਨੂੰ ਇਸ ਬੰਦੇ ਨੇ ਇਕੱਠੀਆਂ ਕਰ ਲਿਆ। 854 ਪੰਕਤੀਆਂ, ਪਹਿਲਾਂ ਕਿੰਨੀਆਂ ਸੀ 16.5। ਠੀਕ ਹੈ, ਤਾਂ ਉਸਨੇ 854 ਪੰਕਤੀਆਂ ਇਕੱਠੀਆਂ ਕਰ ਲਈਆਂ ਤੇ ਜਰਨਲ ਆਫ ਪੰਜਾਬ ਹਿਸਟੋਰੀਕਲ ਸੁਸਾਇਟੀ ਆਫ ਇੰਡੀਆ ਇਹਦੇ ਵਿੱਚ ਛਾਪਤਾ। ਕਿੱਦਾਂ ਛਾਪਿਆ, ਉਹਨੇ ਰੋਮਨ ਲਿਪੀ ਦੀ ਵਰਤੋਂ ਕੀਤੀ। ਰੋਮਨ ਕੀ ਹੁੰਦਾ ਹੁਣ ਇਹ ਦੇਖੋ, ਆਪਾਂ ਮੰਨ ਲਓ ਕਿਸੇ ਨਾਲ ਚੈਟ ਕਰਦੇ ਹਾਂ ਤਾਂ ਆਪਾਂ ਲਿਖਦੇ ਹਾਂ ਕਿਵੇਂ ਹੋ, ਠੀਕ, KIVE, ਤਾਂ ਆਪਾਂ ਇਦਾਂ ਲਿਖਦੇ ਹਾਂ ਕਿਵੇਂ ਹੋ। ਠੀਕ ਹੈ, ਆਪਾਂ ਗੱਲ ਤਾਂ ਪੰਜਾਬੀ ਦੇ ਵਿੱਚ ਕੀਤੀ, ਪਰ ਵਰਤੀ ਕਿਹੜੀ ਲਿਪੀ, ਆਪਾਂ ਨੇ ਅੰਗਰੇਜ਼ੀ ਦੀ ਲਿਪੀ ਵਰਤੀ, ਯਾਨੀ ਕਿ ਰੋਮਨ ਦੇ ਵਿੱਚ ਆਪਾਂ ਨੇ ਲਿਖਿਆ। ਤਾਂ ਇਦਾਂ ਹੀ ਇਹ ਵਾਰ ਪਹਿਲਾਂ ਇਸ ਲਿਪੀ ਦੇ ਵਿੱਚ ਲਿਖੀ ਗਈ। ਠੀਕ ਹੈ ਜੀ, ਜਿੱਦਾਂ ਕਿ ਮੰਨ ਲਓ ਇੱਥੇ ਲਿਖਿਆ ਗਿਆ ਨਾਦਰ ਸ਼ਾਹ ਲਿਖਿਆ ਗਿਆ, ਤਾਂ ਉਸ ਬੰਦੇ ਨੇ NA, ਮਤਲਬ ਕਿ ਨਾਦਰ ਸ਼ਾਹ ਤਾਂ ਚਲੋ ਅੰਗਰੇਜ਼ੀ ਦੇ ਵਿੱਚ ਵੀ ਇਦਾਂ ਹੀ ਪਿਆ ਹੋਏਗਾ। ਜਿਹੜੀਆਂ ਵੀ ਚੀਜ਼ਾਂ ਗੱਲਾਂ ਬੰਦੇ ਨੇ ਕੀਤੀਆਂ ਉਹ ਸਾਰੀਆਂ ਲਿਖੇ ਹੋਏ ਅੰਗਰੇਜ਼ੀ ਦੇ ਅੱਖਰ ਸੀ, ਪਰ ਉਹ ਬੰਦੇ ਨੇ ਮਤਲਬ ਕਿ ਲਿਖਿਆ ਹੋਇਆ ਰੋਮਨ ਦੇ ਵਿੱਚ ਸੀਗਾ, ਪਰ ਬਾਹਰ ਪੰਜਾਬੀ ਦੇ ਵਿੱਚ ਸੀ। ਜਿੱਦਾਂ ਆਪਾਂ ਚੈਟ ਕਰਦੇ ਹਾਂ ਉਸ ਤਰ੍ਹਾਂ। ਠੀਕ ਹੈ, ਅੱਖਰ ਅੰਗਰੇਜ਼ੀ ਦੇ ਵਰਤੇ ਪਰ ਬਾਹਰ ਪੰਜਾਬੀ ਦੀ ਸੀਗੀ। ਤਾਂ ਉਹ ਬੰਦੇ ਨੇ ਇਸ ਦੇ ਵਿੱਚ ਛਾਪਤੀ, ਜਰਨਲ ਦੇ ਵਿੱਚ, ਜਿਹੜਾ ਜਰਨਲ ਆਫ ਪੰਜਾਬ ਹਿਸਟੋਰੀਕਲ ਸੁਸਾਇਟੀ ਆਫ ਇੰਡੀਆ, ਇਹਦੇ ਵਿੱਚ ਛਾਪਤੀ ਇਹ 854 ਪੰਕਤੀਆਂ ਬਣਾ ਕੇ ਸਿੱਧੀਆਂ। ਤੇ ਕਰਮ ਸਿੰਘ ਹਿਸਟੋਰੀਅਨ ਨੇ ਵੀ ਫਿਰ ਇਸ ਨੂੰ ਖਾਲਸਾ ਕੁਮਾਰ ਪੱਤਰ ਦੇ ਵਿੱਚ ਛਾਪਤਾ। ਤੇ ਇਹ ਸਭ ਤੋਂ ਪਹਿਲਾਂ ਕਿਹੜੀ ਲਿਪੀ ਦੇ ਵਿੱਚ ਛਪੀ ਸੀਗੀ, ਰੋਮਨ ਦੇ ਵਿੱਚ, ਆਪਾਂ ਤੁਹਾਨੂੰ ਦੱਸ ਚੁੱਕੇ ਹਾਂ। ਤੇ ਫਿਰ ਉਸ ਤੋਂ ਬਾਅਦ ਕੀ ਹੁੰਦਾ ਹੈ, ਜਿਹੜੇ ਆਹ ਪੰਜਾਬੀ ਦੇ ਅੱਖਰ, ਜਿਹੜੇ ਕਿ ਆਪਾਂ ਇੱਥੇ ਨੀਚੇ ਪੰਕਤੀਆਂ ਪੜ੍ਹਦੇ ਹਾਂ, ਦੇਖੋ, ਕਲ ਤੇ ਨਾਰਦ ਆਪ ਵਿੱਚ ਹੋ ਖੜੇ ਅਜੋੜੇ, ਜਿਹੜੀਆਂ ਇਹ ਇਸ ਤਰ੍ਹਾਂ ਪੰਜਾਬੀ ਦੇ ਵਿੱਚ ਪੜ੍ਹਦੇ ਹਾਂ, ਇਹ ਗੁਰਮੁਖੀ ਲਿਪੀ ਹੈਗੀ। ਗੁਰਮੁਖੀ ਲਿਪੀ ਦੇ ਵਿੱਚ ਬਾਬਾ ਬੁੱਧ ਸਿੰਘ ਨੇ ਲਿਖਿਆ। ਬੰਬੀਹਾ ਬੋਲ ਇੱਕ ਪੁਸਤਕ ਸੀਗੀ ਇਹਦੇ ਵਿੱਚ ਇਸ ਨੇ ਛਾਪਿਆ ਬਾਬਾ ਬੁੱਧ ਸਿੰਘ ਨੇ। ਠੀਕ ਹੈ ਜੀ, ਤਾਂ ਇਹ ਪੁੱਛਿਆ ਜਾ ਸਕਦਾ ਹੈ ਕਿ ਕਦੋਂ, ਕਿਹੜਾ ਰੂਪ ਦੇ ਵਿੱਚ ਇਹ ਆਈ ਹੈਗੀ ਤੇ ਕਿਸ ਨੇ ਛਾਪਿਆ। ਤੇ ਇਹਦੇ ਵਿੱਚ ਮਹੱਤਵਪੂਰਨ ਘਟਨਾਵਾਂ ਹੈਗੀਆਂ, ਅਟਕ ਤੋਂ ਜਿਹੜਾ ਨਾਦਰ ਸ਼ਾਹ ਕੂਚ ਕਰਦਾ, ਰਾਵੀ ਕੰਢੇ ਦੇ ਉੱਤੇ ਲੜਾਈ ਹੁੰਦੀ ਹੈ, ਲਾਹੌਰ ਦੇ ਨਵਾਬ ਨੂੰ ਹਰਾ ਦਿੰਦਾ ਹੈਗਾ, ਹਾਰ ਮੰਨ ਲੈਂਦਾ ਹੈਗਾ ਜਿਹੜਾ ਜ਼ਕਰੀਆ ਖਾਨ ਸੀਗਾ, ਤੇ ਕਰਨਾਲ ਦੇ ਵਿੱਚ ਲੜਾਈ ਹੁੰਦੀ ਹੈ, ਇੱਥੇ ਜਾ ਕੇ ਲੜਾਈ ਖਤਮ ਹੋ ਜਾਂਦੀ ਹੈ। ਠੀਕ ਹੈ ਜੀ, 38ਵਾਂ ਕਾਂਡ ਇੱਥੇ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ। ਤਾਂ ਪ੍ਰਮੁੱਖ ਜਿਹੜੀਆਂ ਸਾਤਰਾਂ ਨੇ ਆਪਾਂ ਉਹ ਵੀ ਜਾਣ ਲੈਂਦੇ ਹਾਂ। ਜਿਹੜੀਆਂ ਸਾਤਰਾਂ ਦੀ ਆਪਾਂ ਗੱਲ ਕਰਦੇ ਹਾਂ, ਇਹਦੇ ਵਿੱਚ ਕਲ ਤੇ ਨਾਰਦ ਦੀ ਲੜਾਈ ਹੁੰਦੀ ਹੈ। ਜਿੱਦਾਂ ਆਪਾਂ ਕਹਿੰਦੇ ਹਾਂ ਕਿ ਨਾਰਦ ਮਚਾਤਾ ਯਾਰ, ਨਾਰਦ ਮਚਾਤਾ, ਤਾਂ ਉਹ ਲੜਾਈ ਦਾ ਇੱਕ ਆਪਾਂ ਮੁਹਾਵਰਾ ਇੱਕ ਬਣਿਆ ਹੋਇਆ ਹੈ, ਆਪਾਂ ਇਹ ਯੂਜ਼ ਕਰਦੇ ਹਾਂ ਇਹ ਗੱਲਾਂ। ਨਾਰਦ ਪਹਿਲੀ ਵਾਰ ਉਹ ਬੰਦੇ ਨੇ ਨਾਰਦ ਮਚਾਤਾ ਲੜਾਈ ਦੇ ਵਿੱਚ, ਤਾਂ ਉੱਥੋਂ ਪੜ੍ਹਨ ਵਾਲੇ ਨੂੰ ਪਤਾ ਲੱਗ ਗਿਆ ਕਿ ਯਾਰ ਇਹਦੇ ਵਾਰ ਦੇ ਵਿੱਚ ਇਹ ਚੀਜ਼ਾਂ ਹੋਣਗੀਆਂ ਹੀ ਹੋਣਗੀਆਂ। ਠੀਕ ਹੈ, ਹੁਣ ਇਹ ਪੰਕਤੀਆਂ ਆਪਾਂ ਥੋੜ੍ਹੀਆਂ ਕੁ ਪੜ੍ਹ ਲੈਂਦੇ ਹਾਂ, ਬਾਕੀ ਤੁਸੀਂ ਸਕਰੀਨਸ਼ਾਟ ਲੈ ਕੇ ਬਾਅਦ ਦੇ ਵਿੱਚ ਪੜ੍ਹ ਲਿਓ ਇਸ ਕਲਾਸ ਨੂੰ। ਕਲ ਤੇ ਨਾਰਦ ਆਪ ਵਿੱਚ ਹੋ ਖੜੇ ਅਜੋੜੇ, ਬੈ ਲੜਦੇ ਆਮੋ ਸਾਹਮਣੇ ਸੁੱਟਣ ਤਰਫੋੜੇ, ਕਲ ਮੰਗੇ ਕੁਝ ਖਾਣ ਨੂੰ ਨਾਰਦ ਮੂੰਹ ਮੋੜੇ, ਨਾਰਦ ਦੇ ਨਾ ਸਕੇ ਖੱਟੀਆਂ, ਕਲ ਖਾਦਾ ਲੋੜੇ, ਖਾਣੋ ਪੀਣੋ ਪਹਿਨਣੋ ਮਰਦ ਬੁੱਢੀ ਨੂੰ ਹੋੜੇ, ਸਰ ਪਰ ਝੱਗਾ ਉਜੜੇ ਤਿੰਨ ਬੱਸੇ ਥੋੜੇ। ਇਹ ਪੰਕਤੀਆਂ ਸੀਗੀਆਂ ਜਿਹੜੀਆਂ ਕਲ ਤੇ ਨਾਰਦ ਦੀ ਪਤੀ ਪਤਨੀ ਦੀ ਆਪਸ ਦੇ ਵਿੱਚ ਥੋੜ੍ਹੀ ਕੁ ਤੂੰ ਮੈਂ ਇਸ ਦੇ ਵਿੱਚ ਦਿਖਾਈ ਗਈ। ਉਸ ਤੋਂ ਬਾਅਦ ਫਿਰ ਬਾਦਸ਼ਾਹ ਆਖੇ ਵਜ਼ੀਰ ਨੂੰ ਇੱਕ ਅਜ਼ਬ ਜਨਾਨੀ, ਉਹ ਆਵੇ
ਉਹ ਆਵੇ ਸਾਡੇ ਸਾਹਮਣੇ ਹਰ ਰੋਜ਼ ਮਦਾਮੀ, ਉਹਦਾ ਸਿਰ ਖੁੱਲਾ ਦੰਦ ਦਰਾਜੇ ਸਿਆਹ ਪੇਸ਼ਾਨੀ, ਉਹ ਆਦਮੀਆਂ ਦੀ ਰਤ ਮਿੰਜ ਮੰਗੇ ਮਿਜ਼ਬਾਨੀ। ਇਹ ਪੰਕਤੀਆਂ ਇਸ ਦੇ ਵਿੱਚ ਆਪਾਂ ਨੂੰ ਇੰਨਾ ਦੇਖਣ ਨੂੰ ਮਿਲਦੀ ਹੈ। ਫਿਰ ਅਟਕ ਤੋਂ ਚੜ੍ਹਦਾ ਹੈਗਾ ਜਦੋਂ ਨਾਦਰ ਸ਼ਾਹ ਅਟਕ ਤੋਂ ਆਉਂਦਾ ਹੈ। ਇਹ ਸਾਰੀਆਂ ਗੱਲਾਂ ਇਸ ਦੇ ਵਿੱਚ ਦਿਖਾਈਆਂ ਗਈਆਂ ਨੇ ਬਾਰ ਦੇ ਵਿੱਚ। ਉਸ ਤੋਂ ਬਾਅਦ ਜਿਹੜੀ ਮੇਨ ਇਸ ਦੇ ਵਿੱਚ ਪੰਕਤੀਆਂ ਰਹਿੰਦੀਆਂ ਨੇਗੀਆਂ, ਤਾਂ ਇੱਕ ਚੀਜ਼ ਤੁਸੀਂ ਇੱਥੇ ਸਮਝੋ, ਜਿੱਦਾਂ ਆਪਾਂ ਤੁਹਾਨੂੰ ਦੱਸਿਆ ਕਿ ਦੇਸੀ ਮਹੀਨਿਆਂ ਦੀ ਗੱਲ ਕੀਤੀ ਗਈ ਹੈ ਭਾਦਰੋਂ, ਤਾਂ ਇਹ ਦੇਸੀ ਮਹੀਨਿਆਂ ਦਾ ਜ਼ਿਕਰ ਆਉਂਦਾ, ਇਹ ਵੀ ਪੁੱਛ ਲਿਆ ਜਾਂਦਾ, ਤਾਂ ਇਹ ਪੰਕਤੀਆਂ ਜ਼ਰੂਰ ਪੜ੍ਹਿਓ ਤੁਸੀਂ। ਹੁਣ ਮੇਨ ਜਿਹੜਾ ਇਸ ਦੇ ਵਿੱਚ ਪੈਰਾ ਰਹਿਣ ਵਾਲੇਗਾ, ਇਹ ਇੱਦਾਂ ਹੀ ਤੁਹਾਨੂੰ ਪੇਪਰ ਦੇ ਵਿੱਚ ਪੁੱਛਿਆ ਜਾ ਸਕਦਾ ਕਿ ਇਹ ਪੰਕਤੀਆਂ ਕਿਸ ਦੀਆਂ ਨੇ, ਪੜ੍ਹ ਲਓ ਇਸ ਨੂੰ ਜ਼ਰੂਰ। ਚੰਡੀ ਦੀ ਵਾਰ ਦੇ ਵਿੱਚ ਤੁਹਾਨੂੰ ਭੁਲੇਖਾ ਪੈ ਸਕਦਾ ਹੈ ਕਿ ਇਹ ਚੰਡੀ ਦੀ ਵਾਰ ਦੇ ਵਿੱਚੋਂ ਹੈ ਜਾਂ ਨਾਦਰ ਸ਼ਾਹ ਦੀ ਵਾਰ ਦੇ ਵਿੱਚੋਂ ਹੈ, ਸਿਮਿਲਰ ਜਾਂ ਇਹ ਹੋ ਜਾਂਦਾ ਹੈਗਾ। ਦੋਹੀਂ ਦਲੀ ਮੁਕਾਬਲੇ ਰਣਸੂਰੇ ਗੜਕਣ। ਹੁਣ ਦੇਖੋ ਜੀ ਇਹਦੇ ਵਿੱਚ ਕਿਹੜਾ ਛੰਦ ਵਰਤਿਆ ਉਹ ਵੀ ਆਪਾਂ ਸਮਝਾਂਗੇ। ਹੁਣ ਦੇਖੋ, ਦੋਹੀਂ ਦਲੀ ਮੁਕਾਬਲੇ ਰਣਸੂਰੇ ਗੜਕਣ, ਚੜ ਤੋਪਾਂ ਗੁੱਡੀ ਢੁੱਕੀਆਂ, ਲੱਖ ਸੰਗਲ ਖੜਕਣ, ਉਹ ਦਾਰੂ ਖਾਂਦੀ ਕੋਹਲੀਆਂ, ਮਣ ਗੋਲੇ ਰੜਕਣ, ਉਹ ਦਾਗ ਪਤੀਲੇ ਛੱਡੀਆਂ ਬੰਗ, ਬੱਦਲ ਕੜਕਣ, ਜਿਉਂ ਦਰ ਖੁੱਲੇ ਦੋ ਜਿਖਾਂ, ਮੂੰਹ ਭਾਰੀ ਭੜਕਣ। ਇਹ ਪੰਕਤੀਆਂ ਸੀਗੀਆਂ ਜਿਹੜੀਆਂ ਇਸ ਬਾਰ ਦੇ ਵਿੱਚ ਮੇਨ ਪੰਕਤੀਆਂ ਦੇ ਵਜੋਂ ਆਪਾਂ ਇਹਨਾਂ ਨੂੰ ਜਾਣਦੇ ਹਾਂ। ਯੁੱਧ ਦਾ ਬਿਰਤਾਂਤ ਇਸ ਦੇ ਵਿੱਚ ਦਿਖਾਇਆ ਗਿਆ। ਹੁਣ ਦੇਖੋ ਇੱਥੇ ਪੰਕਤੀਆਂ ਦੀ ਆਪਾਂ ਗੱਲ ਕੀਤੀ ਆ ਕਿ ਪੌੜੀਆਂ ਦੇ ਵਿੱਚ ਲਿਖੀ ਹੁੰਦੀ ਹੈ। ਪੌੜੀਆਂ ਆਪਾਂ ਇਸ ਨੂੰ ਕਹਿੰਦੇ ਆ ਜਿਹੜਾ ਇਹ ਪੈਰਾ ਹੁੰਦਾ ਕਿ ਇਹ ਪੰਕਤੀਆਂ ਜਿਹੜੀਆਂ ਲਿਖੀਆਂ ਗਈਆਂ ਨੇ, ਜਿਹੜੇ ਪੈਰੇ ਬਣੇ ਹੁੰਦੇ ਆ, ਓਨੀਆਂ ਹੀ ਆਪਾਂ ਪੌੜੀਆਂ ਇਹਦੇ ਵਿੱਚ ਗਿਣ ਲੈਂਦੇ ਆ। ਅੱਗੇ ਪੌੜੀ ਛੰਦ ਹੈ ਤੇ ਪੌੜੀ ਦੇ ਵਿੱਚ ਸਿਰਖੰਡੀ ਤੇ ਨਿਸ਼ਾਨੀ ਛੰਦ ਵਰਤਿਆ ਹੁੰਦਾ। ਹੁਣ ਦੇਖੋ, ਜੇਕਰ ਤਾਂ ਸਿਰਖੰਡੀ ਹੁੰਦਾ, ਆ ਵਿਚਾਲੇ ਤੁਕਾਂ ਮਿਲਣੀਆਂ ਸੀਗੀਆਂ ਆਪਸ ਦੇ ਵਿੱਚ, ਠੀਕ ਹੈ ਜੀ, ਤਾਂ ਉੱਥੇ ਕੀ ਹੋ ਜਾਂਦਾ, ਆਪਣਾ ਸਿਰਖੰਡੀ ਛੰਦ ਵਰਤਿਆ ਜਾਂਦਾ। ਹੁਣ ਇੱਥੇ ਗੜਕਣ ਖੜਕਣ ਰੜਕਣ ਕੜਕਣ ਭੜਕਣ, ਇਹ ਐਂਡ ਦੇ ਵਿੱਚ ਮਿਲ ਰਿਹਾ ਤਾਂ ਨਿਸ਼ਾਨੀ ਛੰਦ। ਤਾਂ ਛੰਦ ਵੀ ਪੁੱਛ ਲਿਆ ਜਾਂਦਾ ਕਿ ਇਹ ਪੰਕਤੀਆਂ ਦੇ ਵਿੱਚ ਕਿਹੜਾ ਛੰਦ ਵਰਤਿਆ ਗਿਆ, ਤਾਂ ਇਹ ਐਂਡ ਦੇ ਲਈ ਅੱਖਰ ਜਦੋਂ ਮਿਲ ਰਿਹਾ। ਇਹ ਸਾਰਾ ਕੁਝ ਆਪਾਂ ਨੇ ਬੈਚ ਦੇ ਵਿੱਚ ਕੀਤਾ ਹੋਇਆ। ਇੱਥੇ ਤਾਂ ਆਪਾਂ ਬਿਲਕੁਲ ਮਤਲਬ ਕਿ ਨੋਰਮਲੀ ਤੌਰ ਦੇ ਉੱਤੇ ਪੜ੍ਹਾਇਆ ਹੈਗਾ। ਬੈਚ ਦੇ ਵਿੱਚ ਆਪਾਂ ਹੋਰ ਵੀ ਡੀਪਲੀ ਪੜ੍ਹ ਚੁੱਕੇ ਹਾਂ। ਜਿਹੜੇ ਕੈਂਡੀਡੇਟ ਬੈਚ ਵਾਲੇ ਆ ਉਹ ਸਮਝ ਕੇ ਹੋਣਗੇ। ਹੁਣ ਦੇਖੋ, ਅੱਗੇ ਆਪਾਂ ਇਹ ਪੰਕਤੀਆਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ, ਇਹਨਾਂ ਦਾ ਸਕਰੀਨਸ਼ਾਟ ਤੁਸੀਂ ਲੈ ਕੇ ਰੱਖ ਲਓ, ਇਹਨਾਂ ਨੂੰ ਜ਼ਰੂਰ ਪੜ੍ਹੋ। ਤਾਂ ਇਹ ਆਪਣੇ ਡੈਮੋ ਕਲਾਸ ਦੇ ਵਜੋਂ ਤੁਹਾਡੇ ਅੱਗੇ ਸਾਹਮਣੇ ਕਲਾਸ ਰੱਖੀ ਹੈ। ਤਾਂ ਜਿਹੜੇ ਬੈਚ ਲੈਣਾ ਚਾਹੁੰਦੇ ਹੋ, ਇਸ ਨੰਬਰ ਦੇ ਉੱਤੇ ਕੰਟੈਕਟ ਕਰ ਲੈਣਾ, ਤੁਹਾਨੂੰ ਬੈਚ ਮਿਲ ਜਾਏਗਾ। ਡੈਮੋ ਕਲਾਸਾਂ ਤੁਸੀਂ ਜ਼ਰੂਰ ਦੇਖਣਾ, ਪਹਿਲਾਂ ਆਪਣਾ ਸਾਰਾ ਕੁਝ ਕਲੀਅਰ ਕਰਕੇ ਬੈਚ ਨੂੰ ਫੇਰ ਹੀ ਤੁਸੀਂ ਪਰਚੇਜ਼ ਕਰਿਓ। ਪਰ ਜੇਕਰ ਤੁਸੀਂ ਕਿਤਾਬਾਂ ਦੇ ਵਿੱਚੋਂ ਪੜ੍ਹਦੇ ਹੋ ਤਾਂ ਤੁਹਾਡੇ ਸਾਹਮਣੇ ਮਤਲਬ ਕਿ ਬਹੁਤ ਤੁਹਾਨੂੰ ਕੋਸਟਲੀ ਇਹ ਪੈਣ ਵਾਲਾ ਹੈਗਾ। ਤਾਂ ਇਸ ਨੂੰ ਚਾਹੋ ਤਾਂ ਤੁਸੀਂ ਆਪਣਾ ਬੈਚ ਪਰਚੇਜ਼ ਕਰੋ। ਆਪਾਂ ਸਾਰਾ ਸਿਲੇਬਸ ਕਵਰ ਕਰਨ ਦੀ ਤੁਹਾਡੀ ਜ਼ਿੰਮੇਵਾਰੀ ਲਈ ਹੋਈ ਹੈ। ਸਿਲੇਬਸ ਤੁਹਾਡਾ ਕਵਰ ਕੀਤਾ ਜਾਏਗਾ। ਹਰਿਆਣਾ ਬੋਰਡ ਦੀਆਂ ਕਿਤਾਬਾਂ ਵੀ ਪੜ੍ਹਾਂਗੇ ਆਪਾਂ, ਤੇ ਪੜ੍ਹ ਵੀ ਰਹੇ ਹਾਂ, ਉਹਨਾਂ ਦੇ ਵਿੱਚੋਂ ਆਪਾਂ ਹਵਾਲੇ ਲੈ ਰਹੇ ਹਾਂ। ਤੇ ਬਾਕੀ ਜੇਕਰ ਤੁਸੀਂ ਕਿਤਾਬਾਂ ਖਰੀਦਦੇ ਹੋ ਤਾਂ ਤੁਹਾਨੂੰ ਹੋਰ ਵੀ ਮਹਿੰਗੀਆਂ ਪੈਣਗੀਆਂ। ਹਰਿਆਣਾ ਬੋਰਡ ਦੀਆਂ ਤੁਸੀਂ ਕਿਤਾਬਾਂ ਖਰੀਦੋਗੇ, ਦਿੱਲੀ ਬੋਰਡ ਦੀਆਂ ਖਰੀਦੋਗੇ, CBSE ਵਗੈਰਾ, ਤੇ ਜਾਂ ਫਿਰ ਉਸ ਤੋਂ ਬਾਅਦ ਫਿਰ ਤੁਸੀਂ ਯੂਨੀਵਰਸਿਟੀ ਦੀਆਂ ਵੀ ਖਰੀਦੋਗੇ, ਕੁਰੂਕਸ਼ੇਤਰ ਵਗੈਰਾ, ਜਿੱਥੋਂ ਵੀ ਯੂਨੀਵਰਸਿਟੀ। ਇਹ ਫਿਰ ਉਸ ਤੋਂ ਬਾਅਦ ਇਕੱਲਾ ਇਹ ਤਾਂ ਸਰਦਾ ਨਹੀਂ, ਹਰਿਆਣਾ ਦੇ ਵਿੱਚ ਵੀ ਕਈ ਕਲਾਸਾਂ ਦੇ ਵਿੱਚ ਤਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬ ਦੀਆਂ ਕਿਤਾਬਾਂ ਲੱਗੀਆਂ ਹੋਈਆਂ ਨੇ, ਉਹ ਵੀ ਤੁਸੀਂ ਖਰੀਦੋਗੇ ਤਾਂ ਉਸ ਤੋਂ ਜ਼ਿਆਦਾ ਰੇਟ ਪਏਗਾ। ਫਿਰ ਤੁਹਾਨੂੰ ਕਿਤਾਬਾਂ ਇੰਨੇ 400 ਪੇਜ, 200 ਪੇਜ, 50 60 ਪੇਜ ਇੰਨੇ ਪੜ੍ਹਨੇ ਪੈਣਗੇ। ਉਸ ਤੋਂ ਜ਼ਿਆਦਾ ਬੈਟਰ ਹੈ ਤੁਸੀਂ ਟਾਈਮ ਨਾ ਖਰਾਬ ਕਰੋ, ਆਪਣਾ ਬੈਚ ਖਰੀਦੋ। ਕੋਈ ਜ਼ਿਆਦਾ ਮਹਿੰਗਾ ਤੁਹਾਨੂੰ ਨਹੀਂ ਪਏਗਾ, ਕਿਤਾਬ ਤੁਹਾਨੂੰ ਬੋਲ ਕੇ ਨਹੀਂ ਪੜ੍ਹਾਏਗੀ, ਪਰ ਆਪਾਂ ਤੁਹਾਨੂੰ ਬੋਲ ਕੇ ਪੜ੍ਹਾ ਰਹੇ ਹਾਂ। ਇੰਪੋਰਟੈਂਟ ਕਿਹੜੀ ਗੱਲ ਹੈ ਉਹ ਬੋਲ ਕੇ ਦੱਸ ਰਹੇ ਹਾਂ। ਮੌਕ ਟੈਸਟ ਤੁਹਾਨੂੰ ਦੇ ਰਹੇ ਹਾਂ, PDF ਤੁਹਾਨੂੰ ਨੋਟ ਕਰਨ ਦੇ ਲਈ ਦੇ ਰਹੇ ਹਾਂ, ਤੇ ਉਸ ਤੋਂ ਬਿਨਾਂ ਤੁਹਾਨੂੰ ਹੋਰ ਮੌਕ ਟੈਸਟ ਜੋ ਵੀ ਇੰਪੋਰਟੈਂਟ ਚੀਜ਼ ਹੈ, ਆਪਣੇ ਐਕਸਪੀਰੀਅੰਸ ਵੀ ਸ਼ੇਅਰ ਕਰ ਰਹੇ ਹਾਂ ਤੁਹਾਡੇ ਲਈ ਜੋ ਰਹਿੰਦਾ ਹੈਗਾ। ਇਹ ਚੀਜ਼ਾਂ ਤੁਹਾਨੂੰ ਬਹੁਤ ਘੱਟ ਰੇਟ ਦੇ ਉੱਤੇ ਮਿਲ ਰਹੀਆਂ ਨੇ। ਅਸਲ ਦੇ ਵਿੱਚ ਤਾਂ ਇਹਨਾਂ ਦੀ ਕੋਈ ਕੀਮਤ ਹੀ ਨਹੀਂ ਹੁੰਦੀ। ਬਾਕੀ ਮੇਨ ਗੱਲ ਤੁਹਾਨੂੰ ਅੱਗੇ ਕਲਾਸ ਦੇ ਵਿੱਚ ਪਰਫਾਰਮ ਕਰਨ ਲਈ ਵੀ ਆਪਾਂ ਪ੍ਰਪੇਅਰ ਕਰ ਰਹੇ ਹਾਂ। ਤੁਸੀਂ ਸਾਡੇ ਕੋਲੋਂ ਪੜ੍ਹ ਕੇ ਕਲਾਸ ਦੇ ਵਿੱਚ ਹੋਰ ਜ਼ਿਆਦਾ ਬੈਟਰ ਪੜ੍ਹਾ ਸਕੋਗੇ, ਇਹ ਆਪਾਂ ਜ਼ਿੰਮੇਵਾਰੀ ਲੈਣੀ ਆ ਤੁਹਾਡੀ। ਤਾਂ ਜੇਕਰ ਤੁਸੀਂ ਬੈਚ ਲੈਣਾ ਚਾਹੋ ਤਾਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ, ਸਟੱਡੀ ਫਾਈਟਰ ਐਪ ਡਾਊਨਲੋਡ ਕਰਕੇ ਉੱਥੋਂ ਤੁਸੀਂ ਆਪਣਾ ਬੈਚ ਜੁਆਇਨ ਕਰ ਲੈਣਾ। ਤਾਂ ਬਾਕੀ ਕੋਈ ਵੀ ਤਰ੍ਹਾਂ ਦੀ ਇਨਫੋਰਮੇਸ਼ਨ ਲੈਣੀ ਹੋਵੇ ਤਾਂ ਤੁਸੀਂ ਨੀਚੇ ਦਿੱਤੇ ਨੰਬਰ ਦੇ ਉੱਤੇ ਕੰਟੈਕਟ ਕਰ ਸਕਦੇ ਹੋ। ਬਾਕੀ ਡੈਮੋ ਕਲਾਸਾਂ ਦੇਖ ਕੇ ਸ਼ੋਰ ਕਰਕੇ ਹੀ ਬੈਚ ਨੂੰ ਖਰੀਦਣਾ ਹੈਗਾ। ਬਾਕੀ ਇਹ ਕਲਾਸ ਕੰਪਲੀਟ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਪਰ ਜਦੋਂ ਤੁਸੀਂ ਐਪ ਦੇ ਵਿੱਚ ਜਾ ਕੇ ਇਹੀ ਕਲਾਸ ਦੇਖਦੇ ਹੋ, ਉੱਥੇ ਅਲੱਗ ਤੋਂ ਬਣਾਈ ਹੋਈ ਹੈ, ਉੱਥੇ ਹੋਰ ਵੀ ਡੀਪਲੀ ਆਪਣੇ ਕਰਵਾਇਆ ਹੋਇਆ, ਇੱਕ ਵਾਰ ਜਾ ਕੇ ਜ਼ਰੂਰ ਤੁਸੀਂ ਦੇਖਿਓ। ਕਲਾਸ ਕੰਪਲੀਟ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।